KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਗਟ ਵੱਲੋਂ ਸਤਿ ਸ਼੍ਰੀ ਅਕਾਲ। 25 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ KRPA 1110 AM ਤੇ ਸੁਣੇ ਜਾ ਸਕਦੇ ਨੇ ਤੇ ਸਟੂਡੀਓ ਦਾ ਨੰਬਰ ਹੈ ਜੀ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੱਦਲਬਾਈ ਦੇ ਬਾਵਜੂਦ ਵੀ ਇਹੀ ਕਹਿ ਸਕਦੇ ਕਿ ਸ਼ੁਭ ਸਵੇਰ, ਕਿਉਂਕਿ ਮੀਂਹ ਨਹੀਂ ਪੈਂਦਾ। जी बिल्कुल डॉक्टर साहब, शुभ सवेर, क्योंकि बाहर जो स्टूडियो की खिड़की तो निगाह मारदे आ तां मौसम थोड़ा सुहावना जिहा लगदा, प्लेजेंट जिहा लगदा। ते डॉक्टर साहब आपां सब तो पहलां जिहड़ी खबर ते गलबात करनी आ ओहदा संबंध हैगा पंजाब दे नाल जी। ते विजय सिंगला जिहड़े हैगे आ उन्हां नूं उन्हां दे अहुदे तो हटाया गया ਤੇ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਵਾਅਦਾ ਨਿਭਾਉਂਦੇ ਹੋਏ ਉਹਨਾਂ ਨੇ ਕੈਬਨਿਟ ਮੰਤਰੀ ਨੂੰ ਹਟਾ ਦਿੱਤਾ ਵੀ ਉਹਨਾਂ ਦੇ ਅਹੁਦੇ ਤੋਂ। ਰੀਜ਼ਨ ਕੀ ਸੀ ਕਿ ਉਹ ਰਿਸ਼ਵਤ ਲੈਂਦੇ ਸੀਗੇ। ਹੁਣ ਇਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ, ਪਰ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਇਹਨੇ ਕਈ ਸਵਾਲ ਵੀ ਖੜੇ ਕੀਤੇ ਆ। ਇਸ ਸਟਿੰਗ ਆਪਰੇਸ਼ਨ ਨੇ ਇਹਦੇ ਵਿੱਚ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ ਲੋਕਾਂ ਵੱਲੋਂ। ਜ਼ਿਆਦਾਤਰ ਲੋਕ ਪ੍ਰੇਜ਼ ਕਰ ਰਹੇ ਆ ਭਗਵੰਤ ਸਿੰਘ ਮਾਨ ਦੀ, ਪਰ ਕੁਝ ਲੋਕਾਂ ਦੇ ਮਨ ਦੇ ਵਿੱਚ ਕਈ ਸਵਾਲ ਆ। ਉਹ ਕਹਿੰਦੇ ਵੀ ਜਾਂਚ ਹੋਣੀ ਚਾਹੀਦੀ ਆ ਵੀ ਕਮਿਸ਼ਨ ਕਿਹਦੇ ਤੋਂ ਮੰਗਿਆ ਗਿਆ ਸੀਗਾ, ਅਧਿਕਾਰੀ ਕੌਣ ਸੀ, ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸ ਮਾਮਲੇ ਦੇ ਜੇ ਪਬਲਿਕ ਰਿਲੇਸ਼ਨ ਦਾ ਕੋਈ ਕਿਤਾਬ ਲਿਖਣੀ ਹੋਵੇ ਤਾਂ ਉਹ ਤੇ ਸਭ ਤੋਂ ਪਹਿਲਾ ਚੈਪਟਰ ਹੋਣਾ ਚਾਹੀਦਾ ਕਿ ਇਹਨਾਂ ਨੇ ਸਪਿਨ ਕਿੱਦਾਂ ਦਿੱਤੀ ਹੈ ਆਮ ਆਦਮੀ ਪਾਰਟੀ ਨੇ। ਹਾਂਜੀ, ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਚੋਰੀ ਕਰਦਾ ਸੀ, ਸ਼ਹਿਰ ਦੇ ਵਿੱਚ ਹਰ ਰੋਜ਼ ਚੋਰੀਆਂ ਕਰਦਾ ਹੁੰਦਾ ਸੀ, ਤਾਂ ਕਿਸੇ ਦੇ ਘਰ ਚੋਰੀ ਕਰਕੇ ਉਹਦੇ ਗਹਿਣੇ ਗੁਣੇ ਲੈ ਗਿਆ, ਫਿਰ ਕਿਸੇ ਦੇ ਹੋਰ ਵਿੱਚ ਜਾ ਵੜਿਆ। ਉਹਨਾਂ ਦੇ ਬਜ਼ੁਰਗ ਨੂੰ ਜਾਗ ਆ ਗਈ, ਉਹਨੇ ਦੇਖ ਲਿਆ ਵੀ ਚੋਰ ਖੜਾ ਹੈ। ਹੁਣ ਚੋਰ ਨੂੰ ਪਤਾ ਸੀ ਵੀ ਹੁਣ ਇਹ ਰੌਲਾ ਪਾਊਗਾ, ਲੋਕਾਂ ਨੇ ਆ ਕੇ ਮੇਰੀ ਧੌੜੀ ਲਾਉਣੀ ਹੈ। ਉਹਨੇ ਇੱਕਦਮ ਹੀ ਬਦਲਦੀ ਆਪਣੀ ਸਟੇਟਮੈਂਟ। ਉਹ ਕਹਿੰਦਾ ਬਾਬਾ ਜੀ, ਮੈਂ ਹੈਗਾ ਸ਼ਿਵ ਜੀ ਦਾ ਭਗਤ, ਮੈਂ ਹਰ ਸੋਮਵਾਰ ਨੂੰ ਲੋਕਾਂ ਦੇ ਘਰ ਜਾ ਕੇ ਕੁਛ ਨਾ ਕੁਛ ਰੱਖ ਕੇ ਆਉਣਾ ਹੁੰਦਾ, ਤੇ ਮੈਂ ਤੁਹਾਡੇ ਵੀ ਕੁਛ ਰੱਖਣ ਹੀ ਆਇਆ ਸੀ। ਤੁਸੀਂ ਦੇਖ ਲਿਓ, ਹੁਣੇ ਦੇਖ ਲਓ ਇੱਥੇ ਪਿਆ। ਉਹ ਜੋ ਗਹਿਣੇ ਗੱਟੇ ਪਿਛਲੇ ਘਰ ਚੋਂ ਚੋਰੀ ਕਰਕੇ ਲਿਆ ਸੀ ਉਹਨਾਂ ਦੇ ਘਰ ਰੱਖ ਗਿਆ ਤੇ ਆਪ ਨਿਕਲ ਗਿਆ। ਦੂਸਰੇ ਦਿਨ ਫਿਰ ਬਾਬਾ ਜੀ ਨੇ ਕਿਹਾ ਵੀ ਦੇਖੋ ਬੰਦਾ ਆਇਆ ਸ਼ਿਵ ਜੀ ਦਾ ਭਗਤ, ਸੋਮਵਾਰ ਨੂੰ ਸਾਡੇ ਘਰ ਗਹਿਣੇ ਰੱਖ ਕੇ ਗਿਆ। ਹੁਣ ਉਹਦੀ ਬੱਲੇ ਬੱਲੇ ਹੋ ਗਈ। ਹਾਂਜੀ, ਇਸੇ ਤਰ੍ਹਾਂ ਡਾਕਟਰ ਸਿੰਗਲਾ ਦੀ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਬੱਲੇ ਬੱਲੇ ਕਰ ਰਹੇ ਆ। 15 ਦਿਨ ਬਾਅਦ ਗੁਜਰਾਤ ਦੇ ਵਿੱਚ ਕੇਜਰੀਵਾਲ ਕਹਿ ਰਹੇ ਸੀ ਕਿ ਭਗਵੰਤ ਮਾਨ ਨੇ ਉੱਥੇ ਰਿਸ਼ਵਤ ਖਤਮ ਕਰਤੀ। ਹਾਂਜੀ, ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਬਿਆਨ ਦਿੱਤਾ 1 ਮਹੀਨੇ ਬਾਅਦ ਕਿ 1 ਮਹੀਨੇ 'ਚ ਖਤਮ ਕੀਤੀ ਆ। ਹੁਣ 2 ਮਹੀਨੇ ਹੋ ਗਏ। ਹਾਂਜੀ, 2 ਮਹੀਨਿਆਂ 'ਚ ਰਿਸ਼ਵਤ ਇਹਨਾਂ ਦੇ ਘਰ 'ਚ ਹੀ ਹੋ ਰਹੀ ਆ। ਜੀ ਬਿਲਕੁਲ, ਕੈਬਨਿਟ ਮੰਤਰੀ ਦੇ ਕੋਲ। ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਾਅਵਾ ਸੀ ਕਿ ਪੰਜਾਬ 'ਚ 10 ਦਿਨਾਂ 'ਚ ਭ੍ਰਿਸ਼ਟਾਚਾਰ ਖਤਮ ਕਰਨਗੇ, ਪਰ ਇਹਨਾਂ ਦੇ ਆਪਣੇ ਘਰ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਸੀ। ਦੇਖੋ ਗੱਲ ਤਾਂ ਹੈਗੀ ਹੈ ਇਹਨਾਂ ਦੇ ਮੰਤਰੀ, ਇਹਨਾਂ ਦੇ ਕੇਜਰੀਵਾਲ ਦੇ ਚੁਣੇ ਹੋਏ। ਭਗਵੰਤ ਮਾਨ ਦਾ ਨਾਂ ਨਹੀਂ ਲੈਣਾ ਚਾਹੀਦਾ। ਕੇਜਰੀਵਾਲ 1.5 ਸਟੇਟ ਦਾ ਚੀਫ ਮਿਨਿਸਟਰ ਆ ਜੀ। ਉਹਨੇ ਆਪਣੀ ਜ਼ਾਤ ਦੇ ਬੰਦੇ ਨੂੰ ਚੁਣਿਆ ਸੀ। ਡਾਕਟਰ ਸਿੰਗਲਾ ਉਹਦੀ ਜ਼ਾਤ ਦੇ ਵਿੱਚੋਂ। ਹਾਂਜੀ, ਉਸ ਜ਼ਾਤ ਦਾ ਕਰਕੇ ਪਹਿਲੀ ਵਾਰ ਚੁਣਿਆ, ਪਹਿਲੀ ਵਾਰੀ ਉਹ ਮਿਨਿਸਟਰ ਬਣ ਗਿਆ ਜੀ। ਤੇ ਇਸ ਬੰਦੇ ਦੀ ਇਸ਼ੂ ਤਾਂ ਇਹ ਆ ਕਿ ਉਹ ਬੰਦਾ ਰਿਸ਼ਵਤ ਦੇ ਖਾਤਰ ਫੜਿਆ ਗਿਆ। ਔਰ ਦੂਸਰੀ ਗੱਲ ਵੱਡੀ ਇਹ ਆ ਕਿ ਇੱਕ ਅਫਸਰ ਦੇ ਕੋਲ ਉਹਦੀ ਟੇਪ ਸੀ। ਹਾਂਜੀ, ਇੱਕ ਚੀਫ ਮਿਨਿਸਟਰ ਨੂੰ, ਇੱਕ ਪਾਰਟੀ ਚੀਫ ਨੂੰ ਨੀਂਦ ਨਹੀਂ ਆਉਂਦੀ ਕਿ ਕਿਸੇ ਅਫਸਰ ਨੂੰ ਪਤਾ ਹੋਵੇ ਕਿ ਇਹ ਬੰਦਾ ਸਾਡਾ ਮੰਤਰੀ ਪੈਸੇ ਮੰਗ ਰਿਹਾ ਸੀ ਉਹ ਤੋਂ। ਹੁਣ ਕੱਲ ਨੂੰ ਉਹਨੇ ਮੀਡੀਆ ਤੋਂ ਗੱਲ ਕਰਨੀ ਹੈ, ਸੋਸ਼ਲ ਮੀਡੀਆ ਤੋਂ ਗੱਲ ਕਰਨੀ ਹੈ, ਆਪੋਜੀਸ਼ਨ ਨਾਲ ਗੱਲ ਕਰਨੀ, ਕੀ ਕਰ ਲੈ? ਜਦੋਂ ਆਊਟ ਮਤਲਬ ਤੁਹਾਡੇ ਹੱਥ ਤੋਂ ਬਾਹਰ ਗੱਲ ਹੋਵੇ ਤੁਹਾਨੂੰ ਨੀਂਦ ਕਿੱਦਾਂ ਆ ਜਾਊਗੀ ਜੀ?
ਇਹਨਾਂ ਨੇ ਉਹ ਬਦਨਾਮੀ ਤੋਂ ਬਚਣ ਲਈ ਪਹਿਲਾਂ ਹੀ ਉਹਨੂੰ ਕੱਢ ਦਿੱਤਾ। ਮਤਲਬ ਕੱਢਣ ਵਾਲੀ ਜਿਹੜੀ ਆ ਉਹ ਇਦਾਂ ਪੇਸ਼ ਕਰਦੇ ਆ ਕਿ ਮੰਗਲ ਗ੍ਰਹਿ ਤੇ ਅਸੀਂ ਆਪਣਾ ਰਾਕਟ ਭੇਜ ਦਿੱਤਾ ਜੀ, ਉਹਦੀਆਂ ਸਿਫਤਾਂ ਕਰ ਰਹੇ ਆ। ਹਾਂਜੀ, ਹੁਣ ਸਿਫਤਾਂ ਜਿੱਦਾਂ ਅਸੀਂ ਐਗਜ਼ਾਮਪਲ ਦਿੱਤੀ ਆ, ਸਿਫਤਾਂ ਉਹ ਚੋਰ ਦੀਆਂ ਹੋ ਰਹੀਆਂ ਵੀ ਇੱਥੇ ਗਹਿਣੇ ਛੱਡ ਗਿਆ। ਹਾਂਜੀ, ਉਹ ਉਸ ਵੇਲੇ ਛੱਡ ਗਿਆ ਜਦੋਂ ਉਹਨੂੰ ਬਜ਼ੁਰਗ ਨੇ ਦੇਖ ਲਿਆ। ਹਾਂਜੀ, ਫੈਕਟ ਬਈ ਉਹ ਚੋਰੀ ਕਰਦਾ ਹਰ ਰੋਜ਼, ਹਾਂਜੀ, ਉਹ ਗੱਲ ਨਹੀਂ ਚੱਕੀ ਕਿਸੇ ਨੇ। ਇਹਨੂੰ ਕਹਿੰਦੇ PR ਦੀ ਸਪਿਨ। ਜੀ ਬਿਲਕੁਲ, ਪਬਲਿਕ ਰਿਲੇਸ਼ਨ ਜੇ ਤੁਸੀਂ ਸਪਿਨ ਕਰਨੀ ਹੋਵੇ। ਹੁਣ ਆਪਣੇ ਇੱਕ ਕਹਾਣੀ ਸੁਣਾਉਂਦੇ ਹੁੰਦੇ, ਪੁਰਾਣੀ ਰਵਾਇਤੀ ਗੱਲ ਹੈ, ਟ੍ਰੈਡੀਸ਼ਨ ਦੀ, ਜੂਨੇ ਮੋੜ ਦੀ ਕਹਾਣੀ ਸੁਣਾਉਂਦੇ ਨੇ। ਜੂਨੇ ਮੋੜ ਨੇ ਲੁੱਟੀਆਂ ਧੀਆਂ ਲੌਂਗੋਵਾਲ ਦੀਆਂ। ਉਹਦੀ ਕਹਾਣੀ ਜਿਹੜੀ ਦੇਵ ਸਰੀਕੇ ਵਾਲੇ ਨੇ ਲਿਖਿਆ ਹੈ ਗਾਣਾ, ਉਹਦੇ ਵਿੱਚ ਇਹ ਆ ਕਿ ਉਹਨੇ ਧੀਆਂ ਨੂੰ ਜਾ ਕੇ ਲੁੱਟਿਆ, ਮਤਲਬ ਡਾਕੂ ਸੀ, ਲੁੱਟਦਾ ਸੀ। ਜੀ ਜੀ। ਤੇ ਇੱਕ ਕੁੜੀ ਨੂੰ ਕਿਤੇ ਉਹਦਾ ਵਿਆਹ ਸੀ, ਉਹਨੂੰ ਗਹਿਣੇ ਮੋੜ ਦਿੱਤੇ। ਉਹਦਾ ਕਰਕੇ ਅੱਜ ਤਾਈਂ ਉਹਨੂੰ ਹੀਰੋ ਬਣਾਇਆ, ਇੱਕ ਡਾਕੂ ਨੂੰ ਹੀਰੋ ਬਣਾਇਆ। ਹੌਲੀ ਹੌਲੀ ਹੋ ਸਕਦਾ ਡਾਕਟਰ ਸਿੰਗਲਾ ਦੇ ਨਾਂ ਤੇ ਵੀ ਇੱਕ ਦਿਨ ਪੈ ਜਾਵੇ ਕਿ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਮਹਾਤਮਾ ਗਾਂਧੀ ਦਾ ਦਿਨ ਮਨਾਉਂਦੇ ਨਾ, ਡਾਂਡੀ ਮਾਰਚ, ਫਲਾਨਾ ਮਾਰਚ, ਇਹ ਡਾਕਟਰ ਸਿੰਗਲਾ ਮਾਰਚ ਵੀ ਹੋਇਆ ਕਰੂਗਾ ਉੱਥੇ ਜੀ। ਇਹ ਬੇਸ਼ਰਮੀ ਦੀ ਹੱਦ ਆ। ਔਰ ਇਸ ਕਰਕੇ ਆ ਕਿ ਜਿਹੜੀ ਆਪੋਜੀਸ਼ਨ ਮਰ ਚੁੱਕੀ ਆ ਪੰਜਾਬ ਦੇ ਵਿੱਚ ਜੀ। BJP ਦੇ ਜਿੰਨੇ ਲੀਡਰ ਆ ਉਹਨਾਂ ਨੂੰ ਆਸ ਹੁੰਦੀ ਆ ਕੇਂਦਰ ਦੇ, ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਹੈਗੀ ਆ, ਇਹ ਸਾਨੂੰ ਕੁਛ ਨਾ ਕੁਛ ਦੇਣਗੇ। ਤਕਰੀਬਨ ਉਹ ਦਿੱਲੀ ਬੈਠੇ ਹੁੰਦੇ ਆ। ਹਾਂਜੀ। ਤੇ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੂੰ ਹਾਲੇ ਜਿੱਦਾਂ ਸੁਰਤ ਹੀ ਨਹੀਂ ਆ ਰਹੀ ਵੀ ਅਸੀਂ ਹਾਰੇ ਕਿਉਂ ਆ ਜੀ। ਤੇ ਕਾਂਗਰਸ ਵਾਲੇ ਉਹ ਇੱਕ ਦੂਜੇ ਦੀ ਨਿਖੇਧੀ ਕਰਨ ਦੇ ਵਿੱਚ ਰੁੱਝੇ ਹੋਏ ਆ ਜੀ। ਬਿਲਕੁਲ, ਇਸ ਮਸਲੇ ਤੇ ਚੁੱਪੀ ਧਾਰੀ ਹੋਈ ਆ ਉਹਨਾਂ ਨੇ। ਬਾਕੀ ਰਹਿ ਗਿਆ ਮੀਡੀਆ, ਜਿਹੜੇ ਓਨਰ ਆ ਅਖਬਾਰਾਂ ਦੇ ਜਾਂ TV ਦੇ, ਉਹ ਇਸ ਕਰਕੇ ਚੁੱਪ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਸ਼ਤਿਹਾਰ ਮਿਲਣੇ ਆ, ਪੈਸੇ ਮਿਲਣੇ ਆ, ਪੱਤਰਕਾਰਾਂ ਨੇ ਆਪਣੇ ਕੰਮ ਕਰਾਉਣੇ ਆ ਜੀ। ਇਸ ਕਰਕੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ। PR ਦੀ ਸਪੈਨ ਉਹਨਾਂ ਦੀ ਬੜੀ ਵਧੀਆ ਕੰਮ ਕੀਤੀ ਆ ਜੀ। ਇਸ ਚੀਜ਼ ਨੂੰ ਅਚੀਵਮੈਂਟ ਕਰਕੇ ਪੇਸ਼ ਕੀਤਾ ਗਿਆ। ਚੋਰੀ ਨੂੰ, ਇਹ ਚੋਰੀ ਆ, ਇਹ ਰਿਸ਼ਵਤਖੋਰੀ ਆ। ਔਰ ਇਹ ਸਾਬਤ ਕਰ ਰਹੀ ਕਿ 2 ਮਹੀਨਿਆਂ 'ਚ ਇੱਕ ਸਾਹਮਣੇ ਆਇਆ ਕੇਸ, ਹੋਰ ਵੀ ਆਉਣਗੇ। 2 ਦਿਨਾਂ ਦੇ ਵਿੱਚ 2 ਬੰਦੇ ਫੜੇ ਗਏ। ਹਾਂਜੀ। ਡਾਕਟਰ ਬਲਵੀਰ ਸਿੰਘ ਨੂੰ 3 ਸਾਲ ਦੀ ਸਜ਼ਾ ਹੋਈ ਆ ਜੀ। ਉਹਦੇ ਬਾਰੇ ਚੁੱਪ ਕਰ ਜਾਂਦੇ, ਸਾਰੇ ਚੁੱਪ ਕਰ ਜਾਂਦੇ ਆ, ਪੱਤਰਕਾਰ ਵੀ ਚੁੱਪ ਕਰ ਜਾਂਦੇ ਆ ਜੀ। ਜਿਹੜੇ ਉਹਨਾਂ ਨੇ ਕਿਹਾ ਘਰੇਲੂ ਮਾਮਲਾ ਸੀ। ਹਾਂਜੀ। ਕਿਸੇ ਵੀ ਕ੍ਰਿਮਨੋਲੋਜਿਸਟ ਕੋਲ ਜਾ ਕੇ ਪੁੱਛ ਲਓ, 90% ਲੋਕੀ ਜਿਹੜੇ ਆ ਘਰੇਲੂ ਝਗੜਿਆਂ ਦਾ ਕਰਕੇ ਸ਼ਿਕਾਰ ਹੁੰਦੇ। ਹਾਂਜੀ। ਲੋਕਾਂ ਨਾਲ ਵੀ ਲੜਦੇ ਆ ਤੁਸੀਂ ਕਿਤੇ, ਪਰ ਜ਼ਿਆਦਾ ਤੌਰ ਤੇ ਘਰੇਲੂ ਝਗੜੇ ਹੁੰਦੇ ਆ। ਹਾਂਜੀ। ਕਹਿੰਦੇ ਹੁੰਦੇ ਨਾ ਕਿ ਜੱਦੀ ਜਾਇਦਾਦ ਦੇ ਨਾਲ ਜੱਦੀ ਕਹਿੰਦੇ ਝਗੜੇ ਵੀ ਆਉਂਦੇ ਆ ਜੀ। ਤੇ ਇਹ ਮਤਲਬ ਇਹਦੇ ਪਿੱਛੇ ਤੁਹਾਨੂੰ ਨੋਬਲ ਪ੍ਰਾਈਜ਼ ਨਹੀਂ ਮਿਲਦਾ ਜਿੱਦਾਂ ਇਹ ਡਾਕਟਰ ਬਲਵੀਰ ਸਿੰਘ ਨੂੰ ਦੇ ਰਿਹਾ ਹੈ ਇਸ ਵੇਲੇ। ਹਾਂਜੀ। 3 ਸਾਲ ਜਿਸ ਜੱਜ ਨੇ ਉਹਨੂੰ ਸਜ਼ਾ ਦਿੱਤੀ ਆ, ਉਹ ਕੋਈ ਪਾਗਲ ਜੱਜ ਨਹੀਂ ਹੈ। ਉਹ ਕੋਈ ਅਜੇ ਤੱਕ ਮੈਂ ਗੱਲ ਨਹੀਂ ਸੁਣੀ ਕਿ ਉਹਨੂੰ ਮੈਂਟਲ ਹਸਪਤਾਲ ਲੈ ਕੇ ਆਏ। ਹਾਂ, ਜ਼ਮਾਨਤ ਹੋ ਗਈ ਜੁਦੀ ਗੱਲ ਹੈ। ਹਾਂਜੀ। ਸਿੱਧੂ 34 ਸਾਲ ਬਾਹਰ ਤੁਰਿਆ ਫਿਰਦਾ ਜੀ, ਹੁਣ ਜੇਲ੍ਹ 'ਚ ਹਨ। ਹਾਂਜੀ। ਇਹਨੂੰ ਪਹਿਲਾਂ ਸੈਸ਼ਨ ਜੱਜ ਨੇ ਜੇਲ੍ਹ 'ਚ ਭੇਜਿਆ ਸੀ। ਹਾਂ, ਹਾਈ ਕੋਰਟ, ਸੁਪਰੀਮ ਕੋਰਟ 'ਚ ਏਦਾਂ ਹੀ ਕੇਸ ਚੱਲਦਾ ਰਿਹਾ 34 ਸਾਲ ਵਿਗੜ ਜੀ। ਤੇ ਸਪੈਨ ਦੇਣੀ ਹੋਵੇ ਤਾਂ ਇਹ ਕੇਜਰੀਵਾਲ ਤੋਂ ਸਿੱਖੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਸਪਿਨ ਦਿੱਤੀ ਆ, ਵਾਕਈ ਇਹ ਕਾਫੀ ਸਾਰੇ ਸਵਾਲ ਵੀ ਖੜੇ ਕਰਦੀ ਆ। ਡਾਕਟਰ ਸਾਹਿਬ, ਰੁੱਖ ਕਰਦੇ ਆ ਜੀ ਅਗਲੀ ਖਬਰ ਵੱਲ, ਜਿਹਦਾ ਸਬੰਧ ਹੈਗਾ ਕੈਮਲੂਪਸ ਦੇ ਨਾਲ। ਕੈਮਲੂਪਸ ਵਿੱਚ ਇੰਡੀਜਨਸ ਬੱਚਿਆਂ ਦੀ ਯਾਦ ਵਿੱਚ ਮੈਮੋਰੀਅਲ ਸੀ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਇਸ ਮੈਮੋਰੀਅਲ ਦੇ ਵਿੱਚ ਸ਼ਿਰਕਤ ਕੀਤੀ। ਆਪਣੇ ਸਰੋਤਿਆਂ ਨੂੰ ਦੱਸੋ ਕਿ ਉਹਨਾਂ ਦਾ ਸਵਾਗਤ ਕਿਹੋ ਜਿਹਾ ਹੋਇਆ। ਉੱਥੇ ਨੇਟਿਵ ਲੋਕਾਂ ਨੇ ਕਾਫੀ ਰੌਲਾ ਰੱਪਾ ਪਾਇਆ, ਖਾਸ ਤੌਰ ਤੇ ਨਾਅਰੇ ਮਾਰਦੇ ਸੀ, ਉਹ ਪੁੱਛਦੇ ਸੀ, ਮਿਊਜ਼ਿਕ ਵਜਾਉਂਦੇ ਸੀ, ਪੁਰਾਣਾ ਆਪਣਾ ਟ੍ਰੈਡੀਸ਼ਨ ਜਿਹੜਾ ਉਹਨਾਂ ਦਾ, ਇਹ ਦੱਸਣ ਲਈ ਕਿ ਤੁਸੀਂ ਬੋਲਦੇ ਰਹਿੰਦੇ, ਕਰਦੇ ਕੁਛ ਨਹੀਂ ਜੀ। ਹੁਣ ਸਾਲ ਹੋ ਗਿਆ, ਕਈ ਜਗ੍ਹਾ ਤੇ ਲਾਸ਼ਾਂ ਲੱਭੀਆਂ ਬੱਚਿਆਂ ਦੀਆਂ। ਹਾਂਜੀ। ਪਹਿਲਾਂ ਕੈਮਲਸ ਤੋਂ ਸ਼ੁਰੂ ਹੋਈਆਂ ਸੀ ਜੀ, ਤੇ ਅਜੇ ਹੋਰ ਵੀ ਲੱਭਣੀਆਂ ਇਹਨਾਂ ਨੂੰ। ਹਾਂਜੀ। ਪਰ ਜਿਹੜਾ ਇੰਡੀਅਨ ਐਕਟ ਹੈ ਸਭ ਤੋਂ ਪਹਿਲਾਂ, ਉਹ ਅਜੇ ਉਹਦਾ ਉਹੀ ਕਾਇਮ ਹੈ। ਪਹਿਲਾਂ ਇਹਨਾਂ ਨੇ ਫੈਡਰਲ ਸਰਕਾਰ ਨੇ 1858 ਦੇ ਵਿੱਚ ਲਿਆਂਦਾ ਸੀ
ਗ੍ਰੈਜੂਅਲ ਸਿਵਲਾਈਜੇਸ਼ਨ ਐਕਟ, ਕਿ ਅਸੀਂ ਇਹਨਾਂ ਨੂੰ ਹੌਲੀ ਹੌਲੀ ਬੰਦੇ ਬਣਾ ਰਹੇ ਹਾਂ। ਮਤਲਬ ਇਹ ਇੱਕ ਜਾਨਵਰ ਆ, ਅਸੀਂ ਇਹਨਾਂ ਨੂੰ ਹੌਲੀ ਹੌਲੀ ਸਿਵਲਾਈਜ਼ ਕਰ ਰਹੇ ਹਾਂ। ਤੇ ਉਹਦੇ ਉਸ ਐਕਟ ਦੀ ਕਾਪੀ ਜਿਹੜੀ ਇੰਡੀਅਨ ਐਕਟ ਬਣਾਇਆ ਸੀ ਇਹਨਾਂ ਨੇ 1876 ਦੇ ਵਿੱਚ ਜੀ, ਜਿਹੜਾ ਅੱਜ ਵੀ ਸਾਡੇ ਕੋਲ ਆ। ਹਾਂਜੀ, ਜੇ ਇੰਡੀਅਨ ਅਫੇਅਰਸ ਐਕਟ ਜਿਹੜਾ ਜਿਹਦੇ ਹਿਸਾਬ ਨਾਲ ਉਹ ਸਟੇਟਸ ਇੰਡੀਅਨ ਬਣਾਏ ਆ, ਉਹਨਾਂ ਨੂੰ ਉਹੀ ਡਿਪਾਰਟਮੈਂਟ ਰਨ ਕਰਦਾ। ਹਾਂਜੀ, ਉਹਦੇ ਵਿੱਚ ਪਹਿਲਾਂ ਵਾਲੀਆਂ ਧਾਰਾਵਾਂ ਤਾਂ ਇਹਨਾਂ ਨੇ ਬਦਲਤੀਆਂ, ਪਰ ਅਜੇ ਵੀ ਫੈਡਰਲ ਸਰਕਾਰ ਦੇ ਜਿਹੜੇ ਕਰਮਚਾਰੀ ਇਹਨਾਂ ਨੂੰ ਉਸੇ ਤਰ੍ਹਾਂ ਕੰਟਰੋਲ ਕਰਦੇ ਆ। ਇੱਕ ਜ਼ਮਾਨੇ ਦੇ ਵਿੱਚ ਉਹ ਆਪਣੇ ਸਟੇਟਸ ਇੰਡੀਅਨ ਜਿਹੜੇ ਸੀ ਉੱਥੋਂ ਜਾ ਨਹੀਂ ਸਕਦੇ ਬਿਨਾਂ ਆਫੀਸਰ ਦੇ ਪੁੱਛੋਂ। ਜੀ, ਜੇ ਇੱਕ ਦਿਨ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਪਾਸ ਦਿੰਦੇ ਹੁੰਦੇ ਸੀ। ਜਦੋਂ ਤੁਸੀਂ ਹਸਪਤਾਲ ਜਾਂਦੇ ਹੋ ਨਾ, ਕਈ ਵਾਰੀ ਜੇ ਤੁਸੀਂ ਥੋੜ੍ਹੇ ਜਿਹੇ ਠੀਕ ਹੋ ਜਾਂਦੇ, ਤੁਹਾਨੂੰ 4-5 ਘੰਟੇ ਦਾ ਇੱਕ ਦੇ ਦਿੰਦੇ ਉਹ ਪਾਸ। ਹਾਂਜੀ, ਫਿਰ ਤੁਸੀਂ ਬਾਹਰ ਜਾ ਸਕਦੇ ਆ। ਜੀ, ਜੇਲੀਆਂ ਨੂੰ ਦੇ ਦਿੰਦੇ ਆ ਬਾਹਰ ਜਾਣ ਨੂੰ। ਹਾਂਜੀ, ਇਦਾਂ ਹੀ ਸਟੇਟਸ ਇੰਡੀਅਨ ਨੂੰ ਦਿੰਦੇ ਹੁੰਦੇ ਸੀ। ਤਾਂ ਫਿਰ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਹਾਨੂੰ ਵੋਟ ਪਾਉਣ ਦਾ ਕੋਈ ਹੱਕ ਨਹੀਂ, ਜਿਹੜਾ ਕਿ 1960 ਤਾਈਂ ਉਹਨਾਂ ਦਾ ਚੇਂਜ ਨਹੀਂ ਕੀਤਾ ਇਹਨਾਂ ਨੇ। ਹਿੰਦੁਸਤਾਨੀਆਂ ਨੂੰ ਤਾਂ 1951 ਦੇ ਵਿੱਚ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਵੋਟ ਪਾਉਣ ਦਾ ਹੱਕ ਮਿਲ ਗਿਆ ਨਾ। ਹਾਂਜੀ, ਕੈਨੇਡਾ ਵਾਲੇ ਜਿਹੜੇ ਦਗਮੇ ਜੇ ਮਾਰਦੇ ਆ, ਬਹੁਤ ਡੈਮੋਕ੍ਰੇਸੀ ਦੇ, ਸਾਰਿਆਂ ਨੂੰ ਲਾਇਸੈਂਸ ਦੇਣ ਜਾਂਦੇ ਆ। ਹਾਂਜੀ, ਤੇ ਇਹਨਾਂ ਨੇ ਨੇਟਿਵ ਇੰਡੀਅਨਸ ਨੂੰ ਜਿਹੜੇ ਸਟੇਟਸ ਇੰਡੀਅਨ ਸੀ 1960 ਦੇ ਵਿੱਚ ਲੇਟੈਸਟ, ਸਭ ਤੋਂ ਲੇਟ, ਸਾਡੇ ਤੋਂ 9 ਸਾਲ ਬਾਅਦ ਇਹਨਾਂ ਨੂੰ ਮਿਲਿਆ। ਤੇ ਫਿਰ ਜੋ ਅਜੇ ਵੀ ਜੇ ਇਹਨਾਂ ਦੀ ਲਾਈਫ ਨੂੰ ਕੰਟਰੋਲ ਕਰਦੇ ਆ ਤਾਂ ਫੈਡਰਲ ਬਿਊਰੋਕਰੇਟ ਕੰਟਰੋਲ ਕਰਦੇ ਆ ਇੰਡੀਅਨ ਐਕਟਸ ਦੇ ਥਰੂ। ਉਹਦੀ ਇੱਕ ਹੀ ਗੱਲ ਚੰਗੀ ਸੀ ਕਿ 1763 ਦੇ ਵਿੱਚ ਜਿਹੜਾ ਰਾਇਲ ਪ੍ਰੋਕਲਾਮੇਸ਼ਨ ਕੀਤਾ, ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀ, ਕਿਉਂਕਿ ਇਹਨਾਂ ਨੇ ਉਸ ਵੇਲੇ ਫ੍ਰੈਂਚ ਦੇ ਖਿਲਾਫ ਲੜ ਰਹੇ ਸੀ। ਹਾਂਜੀ, ਤੇ ਇਹਨਾਂ ਦੇ ਨੇਟਿਵਸ ਦੇ ਨਾਲ ਥੋੜੀ ਜਿਹੀ ਨਰਮਾਈ ਵਰਤ ਕੇ ਦੇਖਦੇ ਰਹੇ ਸੀ ਕਿ ਜੇ ਅਸੀਂ ਨੇਟਿਵਸ ਨਾਲ ਵੀ ਲੜਦੇ ਤਾਂ ਫ੍ਰੈਂਚ ਨਾਲ ਵੀ ਲੜਦੇ, ਫਿਰ ਅਸੀਂ ਹਾਰ ਜਾਣਾ। ਹਾਂਜੀ, ਉਦੋਂ ਇਹਨਾਂ ਨੇ ਕਿਹਾ ਸੀ ਕਿ ਸੰਧੀਆਂ ਤੋਂ ਬਿਨਾਂ ਅਸੀਂ ਤੁਹਾਡੇ ਤੋਂ ਜ਼ਮੀਨ ਨਹੀਂ ਲਵਾਂਗੇ। ਇਹ ਗੱਲ ਯੂਨਾਈਟਿਡ ਨੇਸ਼ਨਸ ਨੇ ਇੰਡੀਜਨਸ ਲੋਕਾਂ ਬਾਰੇ ਕਹੀ ਹੈ। ਹਾਂਜੀ, BC ਦੀ ਸਰਕਾਰ ਨੇ ਮਤਾ ਵੀ ਪਾਸ ਕੀਤਾ ਹੈ ਕਿ ਅਸੀਂ ਉਹ ਜਿਹੜਾ UN ਨੇ ਮਤਾ ਪਾਸ ਕੀਤਾ ਉਹਨੂੰ ਮਾਨਤਾ ਦਿੰਦੇ ਹਾਂ। ਇਹ BC ਦੀ ਸਰਕਾਰ ਜੌਨ ਹੌਰਗਨ ਦੀ ਉਹਨਾਂ ਤੇ ਮੁਕੱਦਮਾ ਕਰ ਰਹੀ ਹੈ, ਇੱਥੇ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਚੱਲਦਾ ਹੈ ਹਾਲੇ। ਹਾਂਜੀ, ਉਹਨਾਂ ਦੀ ਡਿਸੀਜਨ ਆਉਣੀ ਹੈ। ਜੀ, ਜੀ, ਜੇ ਉਹ ਤੁਸੀਂ ਮਤਾ ਤਾਂ ਪਾਸ ਕਰ ਰਹੇ ਆ ਲੈਜਿਸਲੇਸ਼ਨ ਦੇ ਵਿੱਚ ਉੱਥੇ ਬੈਠੇ, ਪਰ ਜੇ ਉਹ ਮੰਗਦੇ ਆ ਕਿ ਸਾਨੂੰ ਆਹ ਇਲਾਕਾ ਸਾਡਾ ਇਲਾਕਾ ਆ, ਤਾਂ ਫਿਰ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ। ਹਾਂਜੀ, ਇਹ ਦੋਹਰੀ ਕਿਹੋ ਜਿਹੀ ਨੀਤੀ ਦੇਖੋ। ਜੀ, ਇਸੇ ਤਰ੍ਹਾਂ ਜਸਟਿਨ ਟਰੂਡੋ ਤੇ ਉਹ ਗੁੱਸੇ ਆ ਲੋਕ ਵੀ ਤੁਸੀਂ ਰੋਣ ਤਾਂ ਆ ਜਾਂਦੇ ਆ, ਪਰ ਉਦੋਂ ਬਾਅਦ ਕੁਛ ਨਹੀਂ ਬਦਲਿਆ। ਅੱਜ ਤਾਈਂ ਕੋਈ ਇੰਡੀਅਨ ਐਕਟ ਬਦਲਿਆ? ਜੇ ਇੰਡੀਅਨ ਐਕਟ ਬਦਲਣਾ ਆ, ਇਹਨਾਂ ਨੂੰ ਨੇਟਿਵਸ ਨੂੰ ਪਹਿਲਾਂ ਪੁੱਛ ਕੇ ਦੇਖ ਲਓ ਵੀ ਤੁਸੀਂ ਕੀ ਚਾਹੁੰਦੇ ਆ। ਹਾਂਜੀ, ਉਹ ਇੱਕ ਗੱਲ ਤੇ ਪੂਰੇ ਅੜੇ ਹੋਏ ਆ ਕਿ ਸਭ ਤੋਂ ਪਹਿਲਾਂ ਤਾਂ ਸਾਡੀਆਂ ਸੰਧੀਆਂ ਜਿਹੜੀਆਂ ਆ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ। ਜੀ, ਜਿੱਥੇ ਸੰਧੀਆਂ ਨਹੀਂ ਹੋਈਆਂ ਉੱਥੇ ਕਰਾਈਆਂ ਜਾਣ। ਦੂਸਰੀ ਗੱਲ, ਸਾਨੂੰ ਸੈਲਫ ਗਵਰਨਮੈਂਟ ਚਾਹੀਦੀ ਹੈ। ਅਸੀਂ ਆਪਣੇ ਅਫੇਅਰਸ ਆਪ ਮੈਨੇਜ ਕਰੀਏ। ਜੀ, ਸਾਨੂੰ ਦੱਸਣ ਦੀ ਲੋੜ ਨਹੀਂ ਵੀ ਅਸੀਂ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਆ, ਕਿਸ ਤਰ੍ਹਾਂ ਦੀ ਨਹੀਂ। ਸਾਡੀ ਆਪਣੀ ਲੈਂਗੁਏਜ ਆ, ਸਾਡੇ ਆਪਣੀਆਂ ਰਵਾਇਤਾਂ ਆ, ਅਸੀਂ ਆਪਣੇ ਤੌਰ ਤਰੀਕੇ ਨਾਲ ਰਹਿਣਾ ਚਾਹੁੰਦੇ ਹਾਂ। ਜੀ, ਜਦੋਂ ਕੱਲ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਗਏ ਸੀ ਉੱਥੇ ਮੈਮੋਰੀਅਲ ਸੈਰੇਮੋਨੀ ਤੇ, ਜਿਹੜੇ ਲੋਕੀ ਪ੍ਰੋਟੈਸਟ ਕਰਦੇ ਸੀ ਉਹਨਾਂ ਨੇ ਉੱਥੇ ਵੀ ਇਹ ਗੱਲ ਮੈਂਸ਼ਨ ਕੀਤੀ ਆ ਕਿ ਸਾਨੂੰ ਤੁਹਾਡੇ ਕਨਸਟੀਟਿਊਸ਼ਨ ਦੀ ਲੋੜ ਨਹੀਂ ਹੈਗੀ। ਇਹਨਾਂ ਦਾ ਕਨਸਟੀਟਿਊਸ਼ਨ ਜਿਹੜਾ ਆ ਉਹ ਤਾਂ ਬਣਾਇਆ ਸੀ ਉਹਨਾਂ ਲੋਕਾਂ ਨੂੰ ਦਬਾਉਣ ਲਈ। ਜੀ, ਤੇ ਉਹ ਕਿਉਂ ਮੰਨਣ? ਹਾਂਜੀ, ਇਸ ਕਰਕੇ ਉਹ ਕਹਿ ਰਹੇ ਕਿ ਅਸੀਂ ਇਸ ਕਨਸਟੀਟਿਊਸ਼ਨ ਨੂੰ ਕਿਉਂ ਮੰਨੀਏ ਜਿਹੜਾ ਸਾਨੂੰ ਦਬਾਉਣ ਲਈ ਬਣਾਇਆ। ਤੇ ਅੱਜ ਤਾਈਂ ਜਿੰਨੇ ਵੀ ਲੀਡਰ, ਚਾਹੇ ਪ੍ਰੋਵਿੰਸ਼ੀਅਲ ਆ ਚਾਹੇ ਫੈਡਰਲ ਆ, ਇਹ ਉੱਥੇ ਚਲ ਜਾਂਦੇ ਆ ਰੋਣ ਲਈ, ਅਪੋਲੋਜਾਈਜ਼ ਕਰਨ ਲਈ, ਸੌਰੀ ਮੰਗਣ ਲਈ, ਤੇ ਉਦੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ। ਵੈਸੇ ਡਾਕਟਰ ਸਾਹਿਬ ਸਿਆਸਤ ਹੀ ਹੁੰਦੀ ਹੈ, ਇਸ ਚੀਜ਼ ਤੇ ਵੀ ਸਿਆਸੀ ਰੋਟੀਆਂ ਸਾਰੇ ਸੇਕਦੇ ਆ। ਦੇਖੋ, ਜਦੋਂ ਕੋਈ ਵੀ ਇਨਸੀਡੈਂਟ ਹੁੰਦੀ ਹੈ, ਜਦੋਂ ਸਾਹਮਣੇ ਆਉਂਦੀਆਂ ਨੇ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਜਿਹੜਾ ਦਿਲ ਦਹਿਲਾ ਦੇਣ ਵਾਲਾ ਸੱਚ ਜਦੋਂ ਸਾਹਮਣੇ ਆਉਂਦਾ, ਉਦੋਂ ਫਿਰ ਸਾਰੇ ਜਾਣੇ ਮਾਫੀ ਵੀ ਮੰਗਦੇ ਆ, ਬਹੁਤ ਇਮੋਸ਼ਨਲ ਗੱਲਾਂ ਬਾਤਾਂ ਵੀ ਕਰਦੇ ਆ।
ਪਰ ਜਿਵੇਂ ਤੁਸੀਂ ਕਿਹਾ ਕਿ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ, ਬਿਲਕੁਲ ਸਹੀ ਆ। ਐਕਸ਼ਨ ਉੱਥੇ ਕੁਝ ਨਹੀਂ ਹੁੰਦਾ ਹੈਗਾ, ਸਿਰਫ ਉੱਥੇ ਕੁਝ ਸਮੇਂ ਦੇ ਲੋਕਾਂ ਦੇ ਸਾਹਮਣੇ ਆਪਣਾ ਅਕਸ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਜਿਹੜੀ ਇਮੇਜ ਹੈਗੀ ਆ ਉਹਨੂੰ ਮੇਨਟੇਨ ਕਰਦੇ ਆ, ਆਪਣਾ ਅਕਸ ਜ਼ਰੂਰ ਬਣਾ ਲੈਂਦੀਆਂ ਨੇ ਸਿਆਸੀ ਪਾਰਟੀਆਂ। ਇਹਨਾਂ ਨੂੰ ਬਸ ਪਬਲਿਕ ਰਿਲੇਸ਼ਨ ਹੈ, ਹੋਰ ਕੁਝ ਨਹੀਂ ਜੀ। ਪਬਲਿਕ ਰਿਲੇਸ਼ਨਸ ਇੰਨੇ ਵਧੀਆ ਵਧੇ ਆ ਨਾ ਪਿਛਲੇ 30 ਸਾਲਾਂ ਦੇ ਵਿੱਚ। ਪਬਲਿਕ ਰਿਲੇਸ਼ਨ ਨਾਲ ਸਟੂਡੈਂਟ ਜੇ ਪੁੱਛਦੇ ਹੁੰਦੇ ਨਾ ਸਾਨੂੰ ਜੌਬ ਮਿਲਦੀ ਆ, ਮੈਂ ਕਹਿੰਦਾ ਇੱਕ ਤੁਹਾਨੂੰ ਹੀ ਤਾਂ ਜੌਬ ਮਿਲਦੀ ਆ, ਹੋਰ ਤਾਂ ਕਿਸੇ ਨੂੰ ਮਿਲਦੀ ਨਹੀਂ। ਹਾਂਜੀ। ਕੰਪਨੀਆਂ ਵੀ ਅੱਜ ਕੱਲ ਪਬਲਿਕ ਰਿਲੇਸ਼ਨ ਵਾਲੇ ਆਫਿਸਰ ਨੂੰ ਲੱਭਦੀਆਂ ਫਿਰਦੀਆਂ ਜੀ, ਸਰਕਾਰਾਂ ਵੀ ਲੱਭਦੀਆਂ ਫਿਰਦੀਆਂ। ਹਾਂਜੀ। ਸੋ ਇਸ ਕਰਕੇ ਜੇ ਅੱਜ ਕੱਲ ਕੋਈ ਡਿਗਰੀ ਦੀ ਮਾਨਤਾ ਹੈ ਤਾਂ ਪਬਲਿਕ ਰਿਲੇਸ਼ਨ ਦੀ ਜ਼ਰੂਰ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਗੱਲ ਕਰਦੇ ਹਾਂ ਵਾਸ਼ਿੰਗਟਨ ਸਟੇਟ ਦੀ। ਇੱਕ ਡੈਮੋਕ੍ਰੈਟਿਕ ਕੈਂਡੀਡੇਟ ਨੇ ਇੱਕ ਆਪਣੀ ਨਵੀਂ ਕੰਪੇਨਿੰਗ ਐਡ ਸ਼ੁਰੂ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਇੱਕ ਬਿੱਲ ਲੈ ਕੇ ਆਉਣਗੇ ਜਿਸ ਦਾ ਨਾਮ ਹੈਗਾ ਹਾਊਸਿੰਗ ਫॉर ਆਲ। ਇਜ਼ ਇਟ ਪੋਸੀਬਲ? ਤੁਸੀਂ ਉਹਨਾਂ ਦੀ ਇਸ ਐਡ ਬਾਰੇ ਜਾਂ ਫਿਰ ਇਸ ਕੰਪੇਨ ਬਾਰੇ ਕੀ ਕਹਿਣਾ ਚਾਹੋਗੇ? ਹਿਟਲਰ ਕਹਿੰਦਾ ਹੁੰਦਾ ਸੀ ਵੀ ਝੂਠ ਬੋਲੋ, ਬਹੁਤ ਵੱਡਾ ਬੋਲੋ, ਛੋਟਾ ਜਿਹਾ ਨਾ ਬੋਲੋ, ਵੱਡਾ ਸਾਰਾ ਝੂਠ ਬੋਲੋ। ਤਾਂ ਫਿਰ ਉਹਨੂੰ 1000 ਵਾਰ ਦੁਹਰਾਓ। ਇਹਨਾਂ ਨੇ ਉਹ ਬਹੁਤ ਵੱਡਾ ਝੂਠ ਬੋਲਿਆ ਕਿ ਜਿਹੜੇ ਘਰ ਖਾਲੀ ਪਏ ਆ ਉੱਥੇ ਉਹ ਕਹਿੰਦੀ ਤੋੜ ਕੇ ਅੰਦਰ ਜਾ ਵੜੋ। ਹਾਂਜੀ। ਇਹ ਮੈਂ ਕਹਿੰਦੀ ਲੈਜਿਸਲੇਸ਼ਨ ਇੰਟਰੋਡਿਊਸ ਕਰੂੰਗੀ। ਜੀ। ਹੁਣ ਕਾਂਗਰਸ ਦੇ ਵਿੱਚ ਹਾਊਸ ਆਫ ਰੈਪਸ ਵੀ ਆ, ਸੈਨੇਟ ਵੀ ਆ। ਇੱਕ ਮੈਂਬਰ ਨੇ ਜਿੱਤਣ ਦੀ ਖਾਤਰ ਇਹ ਗੱਲ ਕੀਤੀ ਹੈ ਉਹਨਾਂ ਨੇ। ਹਾਂਜੀ। ਜੇ ਇਹਨੇ ਪ੍ਰਪੋਜ਼ ਵੀ ਕੀਤਾ ਉੱਥੇ ਪਾਸ ਨਹੀਂ ਹੋਣਾ। ਜੀ। ਫਿਰ ਇੱਥੇ ਦੇ ਅਮਰੀਕਾ ਦੇ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਰਾਈਟ ਟੂ ਪ੍ਰਾਪਰਟੀ ਹੈ। ਕਿਹੜੀ ਪੁਲਿਸ ਫੋਰਸ, ਕਿਹੜੀ ਨੈਸ਼ਨਲ ਗਾਰਡ ਤੁਹਾਨੂੰ ਅਲਾਉ ਕਰ ਦੂਗੀ ਕਿ ਮੇਰੇ ਘਰ ਦੇ ਵਿੱਚ ਤੁਸੀਂ ਤੋੜ ਕੇ ਆ ਕੇ ਬਹਿ ਜਾਓ? ਸਰਾਸਰ ਝੂਠ ਔਰ ਬਹੁਤ ਵੱਡਾ ਝੂਠ। ਪਰ ਉਸ ਔਰਤ ਨੇ ਕੈਂਡੀਡੇਟ ਬਣ ਕੇ ਜਿੱਤਣ ਲਈ ਹਰ ਵਾਹ ਲਾਇਆ। ਜੀ। ਮਤਲਬ ਜੇ ਜੋ ਵੀ ਕੁਝ ਕਹਿ ਸਕਦੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ। ਤੇ ਇਹਦੇ ਨਾਲ ਕੁਝ ਵੋਟਾਂ ਮਿਲ ਜਾਣੀਆਂ ਜਿਹੜੇ ਉਹਨਾਂ ਨੂੰ ਹੋਮਲੈਸ ਤੁਰੇ ਫਿਰਦੇ ਆ ਜਾਂ ਉਹਨਾਂ ਦੇ ਨਾਲ ਸਿੰਪਥੀ ਕਰਦੇ ਆ, ਹਮਦਰਦੀ ਕਰਦੇ ਆ, ਉਹ ਪਾ ਦੇਣਗੇ ਵੋਟ। ਵੈਸੇ ਡਾਕਟਰ ਸਾਹਿਬ ਹੋਣਾ ਕੁਝ ਨਹੀਂ ਇਹਨਾਂ। ਜੀ, ਕਿਉਂਕਿ ਜਿਹੜੀ ਇਹਨਾਂ ਨੇ ਇਹ ਕੰਪੇਨਿੰਗ ਐਡ ਬਣਾਈ ਹੈ ਨਾ ਉਹਦੇ ਵਿੱਚ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਇੱਕ ਹੈਮਰ ਵੀ ਫੜਿਆ ਹੋਇਆ, ਇੱਕ ਖਾਲੀ ਜਿਹਾ ਘਰ ਆ, ਉੱਥੇ ਤੁਹਾਨੂੰ ਤੋੜ ਰਹੇ ਆ ਕਿ ਅੰਦਰ ਐਂਟਰ ਹੋ ਕੇ। ਜੇ ਇਸ ਤਰ੍ਹਾਂ ਹੋ ਜਵੇ ਤਾਂ ਫਿਰ ਸਮਝ ਲਓ ਸਟੇਟ ਖਤਮ ਹੋ ਗਈ ਹੈ। ਹਾਂਜੀ। ਫਿਰ ਜਿੱਦਾਂ ਅਸੀਂ ਕਹਿੰਦੇ ਕੇਆਸ ਤੇ ਐਨਰਕੀ ਆ ਗਈ ਹੈ। ਫਿਰ ਤਾਂ ਕੋਈ ਵੀ ਕਿਸੇ ਦੇ ਘਰ ਜਾਵੇ। ਹਾਂਜੀ। ਕਈਆਂ ਘਰਾਂ ਦੇ ਵਿੱਚ ਤਾਂ ਚਲੋ ਕਈ ਤਾਂ ਖਾਲੀ ਪਏ ਨਾ। ਜੀ। ਕਈਆਂ ਦੇ ਵਿੱਚ ਤਾਂ ਬਜ਼ੁਰਗ ਬੈਠੇ ਆ ਜਾਂ ਮਾੜੇ ਬੈਠੇ ਆ, ਤੁਸੀਂ ਜਾਓਗੇ ਉਹਨੂੰ ਧੌਣ ਫੜ ਕੇ ਬਾਹਰ ਕੱਢੋ, ਆਪ ਬੈਠੋ। ਜੀ। ਇਹ ਦਿਨ ਉਦਣ ਆਉਣਾ ਜਿੱਦਣ ਸਟੇਟ ਖਤਮ ਹੋ ਗਈ, ਆਰਮੀ ਖਤਮ ਹੋ ਗਈ, ਪੁਲਿਸ ਖਤਮ ਹੋ ਗਈ, ਜਦੋਂ ਜੰਗਲਾਂ 'ਚ ਲੋਕੀ ਰਹਿਣ ਲੱਗ ਪਏ। ਜੀ। ਪਰ ਕਿਸੇ ਵੀ ਸਿਵਲਾਈਜ਼ਡ ਕੰਟਰੀ ਦੇ ਵਿੱਚ ਅਜੇ ਤਾਈਂ ਇਦਾਂ ਨਹੀਂ ਹੁੰਦਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਬਿਲਕੁਲ 100 ਦਰਜੇ ਝੂਠ। ਔਰ ਅੱਜ ਤਾਈਂ ਕਿਸੇ ਮੀਡੀਆ ਨੇ ਵਾਸ਼ਿੰਗਟਨ ਸਟੇਟ 'ਚ ਇਹ ਗੱਲ ਨਹੀਂ ਕਿ ਇਹ ਕਿਉਂ ਐਡਾ ਝੂਠ ਬੋਲ ਰਹੀ ਹੈ। ਹਾਂਜੀ। ਕਿਉਂਕਿ ਡੈਮੋਕ੍ਰੈਟਿਕ ਪਾਰਟੀ ਦੀ ਕੈਂਡੀਡੇਟ ਆ। ਡੈਮੋਕ੍ਰੈਟਿਕ ਪਾਰਟੀ ਦੇ ਕਾਫੀ ਜ਼ੋਰ ਆ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ। ਜੀ ਡਾਕਟਰ ਸਾਹਿਬ, ਨੈਕਸਟ ਮੰਥ ਹੋਣ ਵਾਲੀ ਹੈ ਜੀ ਲੈਟਿਨ ਅਮਰੀਕਨ ਸਮਿਟ, ਤੇ ਬਾਈਡਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਡਿਟੇਲ ਦੇ ਵਿੱਚ ਦੱਸੋ ਕਿ ਕੀ ਹੋ ਗਿਆ ਇਹੋ ਜਿਹਾ? ਕਈ ਵਾਰੀ ਕਹਿੰਦੇ ਹਨ ਕੁਝ ਵੀ ਕੰਮ ਨਹੀਂ ਕਰਦਾ, ਕਿਸਮਤ ਵਾਲਿਆਂ ਦੇ ਭੁੱਜੇ ਮੋਠ ਵੀ ਉਹ ਖੜਦੇ ਆ। ਜੋ ਬਾਈਡਨ ਦੇ ਅੱਜ ਕੱਲ ਭਿੱਜੇ ਮੋਠ ਵੀ ਨਹੀਂ ਉੱਗਦੇ। ਹਾਂਜੀ। ਉਹਨਾਂ ਨੇ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਸਾਊਦੀ ਅਰੇਬੀਆ ਨੂੰ ਕਿਹਾ ਸੀ ਕਿ ਤੁਸੀਂ ਆਇਲ ਦੀ ਪ੍ਰੋਡਕਸ਼ਨ ਜ਼ਿਆਦਾ ਕਰ ਦਿਓ ਤਾਂ ਕਿ ਕੀਮਤਾਂ ਵਧਦੀਆਂ ਜਿਹੜੀਆਂ ਰੁਕ ਜਾਣ। ਹਾਂਜੀ। ਉਹਨਾਂ ਨੇ ਬਿਲਕੁਲ ਗੱਲ ਨਹੀਂ ਮੰਨੀ। ਇਹਨਾਂ ਨੇ ਫਿਰ ਇਹਨਾਂ ਨੂੰ ਆਪਣਾ ਟ੍ਰਿਪ ਪੋਸਟਪੋਨ ਕਰਨਾ ਪਿਆ ਉੱਥੇ। ਜੀ। ਤੇ ਹੁਣ ਕਿਉਂਕਿ ਇਹਨਾਂ ਦੀ ਨੁਕਤਾਚੀਨੀ ਹੋਣ ਲੱਗ ਪਈ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਉੱਥੇ ਭੇਜਿਆ ਇਹਨਾਂ ਨੇ। ਹਾਂਜੀ। ਸਿਰਫ ਆਪਣਾ ਮੂੰਹ ਰੱਖਣ ਲਈ। ਜੀ। ਤੇ ਹੁਣ ਆ ਗਈ ਗੱਲ ਇਹਨਾਂ ਦੀ ਅਮਰੀਕਾਜ਼ ਦੇ ਸਮਿਟ ਦੀ। ਸੈਂਟਰਲ ਅਮਰੀਕਾ, ਲੈਟਿਨ ਅਮਰੀਕਾ ਦੇ ਦੇਸ਼। ਮਨਰੋ ਡਾਕਟਰ ਹੁੰਦਾ ਸੀ ਪਹਿਲਾਂ ਪ੍ਰੈਜ਼ੀਡੈਂਟ ਦਾ ਕਿ ਜਿਹੜਾ ਅਮਰੀਕਾਜ਼ ਆ ਉਹ ਸਾਡੀ ਬੈਕਯਾਰਡ ਆ, ਚਾਹੇ ਉਹ ਸੈਂਟਰਲ ਅਮਰੀਕਾ ਚਾਹੇ ਸਾਊਥ ਅਮਰੀਕਾ। ਇਹਨਾਂ ਨੇ ਚੈਲੰਜ ਕੀਤਾ ਸੀ ਯੂਰਪੀਅਨ ਨੇਸ਼ਨਜ਼ ਨੂੰ
ਕਿ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਕੋਲੋਨਾਈਜ਼ ਕਰਨਾ ਬੰਦ ਕਰੋ ਜੀ। ਇਹ ਸਾਡੀ ਬੈਕਯਾਰਡ ਹੈ। ਤੇ ਇਹਨਾਂ ਦੀ ਬੈਕਯਾਰਡ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆ ਗਈ ਜਦੋਂ ਕਿਊਬਾ ਦੇ ਵਿੱਚ ਰੈਵੋਲੂਸ਼ਨ ਆਇਆ। ਹਾਂਜੀ। ਉਹ ਸੋਵੀਅਤ ਯੂਨੀਅਨ ਦੇ ਨਾਲ ਰਲ ਗਏ। ਉਹਨਾਂ ਨੇ ਕਿਊਬਾ ਮਿਸ਼ਨ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ ਸੀ ਇਹਨਾਂ ਲਈ ਕਿ ਜਿਹੜੀਆਂ ਇੰਟਰਕੌਂਟੀਨੈਂਟਲ ਬਲਿਸਟਿਕ ਮਿਸਲਸ ਆ ਉਹ ਇਹਨਾਂ ਤੋਂ ਮਿਆਮੀ ਤੋਂ ਕੋਈ ਥੋੜੇ ਜਿਹੇ ਮੀਲ ਤੇ ਪਰੇ ਕਿਊਬਾ ਆ। ਹਾਂਜੀ। ਜਿੱਥੇ ਉਹਨਾਂ ਨੇ ਲਾਤੀਆਂ ਤੇ ਉਹਦੇ ਬਦਲੇ ਦੇ ਵਿੱਚ ਫਿਰ ਇਹਨਾਂ ਨੇ ਟਰਕੀ ਦੇ ਵਿੱਚੋਂ ਮਿਸਲਾਂ ਕੱਢੀਆਂ ਜੀ। ਤੇ ਇੱਕ ਸਮਝੌਤਾ ਇਹ ਕੀਤਾ ਕਿ ਅਸੀਂ ਇਹਨਾਂ ਦੀ ਸਰਕਾਰ ਕਦੇ ਉਲਟਾਵਾਂਗੇ ਨਹੀਂ। ਤੇ ਹੁਣ ਜੋ ਬਾਈਡਨ ਨੇ ਇਹ ਕਹਿਤਾ ਕਿ ਕਿਊਬਾ, ਨਿਕਰਾਗੁਆ ਤੇ ਵੈਨਜ਼ੂਏਲਾ ਵਾਲੇ ਨਹੀਂ ਆਉਣਗੇ ਇੱਥੇ, ਬਾਕੀ ਦੇ ਦੇਸ਼ ਆ ਜਾਣ। ਹੁਣ ਇਹਨਾਂ ਦੇ ਆਪਣੇ ਬਾਕੀ ਦੇ ਜਿਹੜੇ ਬ੍ਰਾਜ਼ੀਲ, ਅਰਜਨਟੀਨਾ, ਚਿਲੀ ਵਗੈਰਾ ਉਹਨਾਂ ਦੀ ਗੱਲ ਛੱਡੋ ਪਰੇ, ਅਜੇ ਇਹਨਾਂ ਦੇ ਨਾਲ ਹੀ ਮੈਕਸੀਕੋ ਲੱਗਦਾ। ਹਾਂਜੀ। ਮੈਕਸੀਕੋ ਵਾਲੇ ਕਹਿੰਦੇ ਕਿ ਅਸੀਂ ਨਹੀਂ ਆਉਣਾ ਜੇ ਇਹਨਾਂ ਤਿੰਨਾਂ ਹੀ ਮੁਲਕਾਂ ਨੂੰ ਤੁਸੀਂ ਬਾਈਕਾਟ ਕੀਤਾ। ਹਾਂਜੀ। ਜੇ ਸੱਦਣੇ ਤਾਂ ਸਾਰੇ ਹੀ ਸੱਦੋ, ਆਪਣੇ ਵੀ ਨਹੀਂ ਹੁੰਦਾ। ਕਈ ਵਾਰੀ ਰਿਸ਼ਤੇਦਾਰ ਜਾਂਦੇ ਹੈਗੇ, ਕਈ ਵਾਰੀ ਕਹਿੰਦੇ ਵਿਆਹ ਤੇ ਤਾਂ ਹੀ ਜਾਣਾ ਜੇ ਸਾਰੇ ਪਰਿਵਾਰ ਨੂੰ ਸੱਦਣਾ। ਹਾਂਜੀ। ਹਾਂਜੀ। ਇਸ ਤਰ੍ਹਾਂ ਉਹ ਕਹਿੰਦੇ ਕਿ ਅਸੀਂ ਪਰਿਵਾਰ ਹੈ, ਇੱਕ ਸੈਂਟਰਲ ਅਮਰੀਕਾ ਵਾਲੇ, ਲੈਟਿਨ ਅਮਰੀਕਾ ਵਾਲਾ, ਇਹ ਸਾਡਾ ਪਰਿਵਾਰ ਹੈ। ਵੈਸੇ ਵੀ ਉਹਨਾਂ ਦੀ ਗੱਲ ਠੀਕ ਹੈ ਕਿ ਜ਼ਿਆਦਾ ਉਹ ਸਪੈਨਿਸ਼ ਹੀ ਬੋਲਦੇ ਆ ਵੈਸੇ। ਹਾਂਜੀ। ਸਪੇਨ ਨੇ ਇੱਕ ਜ਼ਮਾਨੇ 'ਚ ਉਹਨਾਂ ਨੂੰ ਕੋਲੋਨਾਈਜ਼ ਕੀਤਾ ਸੀ ਜੀ। ਤੇ ਹੁਣ ਇਹਨਾਂ ਲਈ ਪ੍ਰੋਬਲਮ ਇਹ ਬਣੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਅਗਲੇ ਮਹੀਨੇ ਹੋਣਾ ਉਹਨਾਂ ਦਾ ਸਮਿਟ। ਹਾਂਜੀ। ਤੇ ਮੈਕਸੀਕੋ ਵਾਲੇ ਬਾਈਕਾਟ ਕਰ ਜਾਣ, ਇਹ ਕਦੇ ਮਨ ਦੇ ਵਿੱਚ ਇਹਨਾਂ ਦੇ ਆਇਆ ਹੀ ਨਹੀਂ ਸੀ। ਬਾਕੀ ਹੋਰ ਵੀ ਮੁਲਕ ਕਹਿ ਰਹੇ ਕਿ ਅਸੀਂ ਨਹੀਂ ਆਉਣਾ, ਪਰ ਮੈਕਸੀਕੋ ਵਾਲੀ ਗੱਲ ਜ਼ਿਆਦਾ ਰੜਕਦੀ ਹੈ। ਜਿਹੜਾ ਚਾਚੇ ਦਾ ਪੁੱਤ ਕਹੇ ਮੈਂ ਨਹੀਂ ਆਉਣਾ ਜੀ। ਬਾਕੀ ਦੂਰ ਵਾਲੇ ਪਿੰਡ ਵਾਲੇ ਨਾ ਆਉਣ ਜੁਦੀ ਗੱਲ ਹੁੰਦੀ ਹੈ, ਤੁਹਾਡਾ ਆਪਣਾ ਹੀ ਬੰਦਾ ਕਹੇ ਨਹੀਂ ਆਉਣਾ, ਉਹ ਜ਼ਿਆਦਾ ਰੜਕਦਾ। ਹਾਂਜੀ। ਹਾਂਜੀ। ਹੁਣ ਮੈਕਸੀਕੋ ਵਾਲੇ ਤਾਂ ਬਿਲਕੁਲ ਨਾਲ ਬੈਠੇ ਆ। ਹਾਂਜੀ। ਉਹ ਨਾ ਆਉਣ ਤਾਂ ਇਹ ਬਹੁਤ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ ਜੀ। ਤੇ ਉਹਨਾਂ ਦੀ ਸ਼ਰਤ ਇਹ ਹੈ ਕਿ ਕਿਊਬਾ ਨੂੰ, ਨਿਕਰਾਗੁਆ ਨੂੰ ਤੇ ਵੈਨਜ਼ੂਏਲਾ ਨੂੰ ਜੇ ਨਹੀਂ ਸੱਦਣਾ ਅਸੀਂ ਬਿਲਕੁਲ ਨਹੀਂ ਆਉਣਾ ਜੀ। ਤੇ ਜਾਂ ਤੇ ਹੁਣ ਇਹ ਨੀਤੀ ਚੇਂਜ ਕਰਨਗੇ ਕਿ ਕਿਊਬਾ, ਨਿਕਰਾਗੁਆ ਤੇ ਵੈਨਜ਼ੂਏਲਾ ਨੂੰ ਸੱਦੋ, ਨਹੀਂ ਤਾਂ ਫਿਰ ਬਹੁਤ ਜਿਹੜੇ ਦੇਸ਼ ਆ ਉਹਨਾਂ ਨੇ ਅਜੇ ਤਾਈਂ ਹਾਂ ਨਹੀਂ ਕੀਤੀ। ਔਰ ਮੇਰਾ ਖਿਆਲ ਨਹੀਂ ਬਹੁਤੇ ਦੇਸ਼ ਆਉਣਗੇ ਇਹਨਾਂ ਦਾ ਫਿਰ ਸਮਿਟ ਜਿਹੜਾ ਉਹ ਵੈਸੇ ਹੀ ਹੋਗਾ ਜਿੱਦਾਂ ਦੀ ਇਹਨਾਂ ਦੀ ਸਾਊਦੀ ਅਰੇਬੀਆ ਨੂੰ ਟ੍ਰਿਪ ਕੈਂਸਲ ਕੀਤੀ ਹੈ। ਹਾਂਜੀ। ਡਾਕਟਰ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਤੇ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਆਪਾਂ ਜੋ ਬਾਈਡਨ ਦੇ ਬਾਰੇ ਗੱਲਬਾਤ ਕਰਨੀ ਹੈ। ਜਿਹੜੀਆਂ ਕਈ ਸਟੇਟਮੈਂਟਸ ਇਹ ਦੇ ਦਿੰਦੇ ਆ ਤੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਬਿਨਾਂ ਸਿਰ ਪੈਰ ਤੋਂ ਹੁੰਦੀਆਂ ਜਿਹੜੀਆਂ ਆਪਣੇ ਕੋਲੋਂ ਇਹ ਦਿੰਦੇ ਆ। ਡਾਕਟਰ ਸਾਹਿਬ ਗੱਲ ਕਰਦੇ ਹਾਂ ਜੀ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਦੀ। ਜੋ ਬਾਈਡਨ ਨੇ ਕਿਹਾ ਕਿ ਜੇਕਰ ਚਾਈਨਾ ਤਾਈਵਾਨ ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਮਦਦ ਦੇਵੇਗਾ। ਤਾਈਵਾਨ ਨੇ ਇਹਦੇ ਤੇ ਇੱਕ ਤਿੱਖਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਤੇ ਜੋ ਬਾਈਡਨ ਨੂੰ ਬਿਨਾਂ ਸਿਰ ਪੈਰ ਦੀਆਂ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਦੇਖੋ, ਜੋ ਬਾਈਡਨ ਲਈ ਇੱਕ ਪ੍ਰੋਬਲਮ ਹੈਗੀ ਹੈ ਕਿ ਉੱਥੇ ਦਾ ਮੀਡੀਆ ਅੱਜ ਕੱਲ੍ਹ ਕਹਿਣ ਲੱਗ ਪਿਆ ਕਿ ਇਹਨਾਂ ਨੂੰ ਡਿਮੈਂਸ਼ੀਆ ਹੋ ਗਿਆ। ਹਾਂਜੀ। ਜਿਹਦਾ ਮਤਲਬ ਜਿਹੜੀ ਗੱਲਾਂ ਭੁੱਲ ਜਾਂਦੇ ਤੁਸੀਂ ਨਾ, ਉਹਨੂੰ ਡਿਮੈਂਸ਼ੀਆ, ਜਿੱਦਾਂ ਸਾਡੇ ਕਹਿੰਦੇ ਸਠਿਆ ਗਿਆ। ਹਾਂਜੀ। ਆਲੋਚਕਾਂ ਵੱਲੋਂ ਤਾਂ ਐਕਚੁਅਲੀ ਇਹੀ ਕਿਹਾ ਜਾ ਰਿਹਾ ਕਿ ਜੋ ਬਾਈਡਨ ਸਠਿਆ ਗਏ ਨੇ। ਉਹਦੇ 'ਚ ਡੇਂਜਰਸ ਖਤਰਨਾਕ ਗੱਲ ਇਹ ਆ ਕਿ ਜਦੋਂ ਪ੍ਰੈਜ਼ੀਡੈਂਟ ਨੂੰ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਹੁੰਦਾ ਨਾ, ਕਾਂਗਰਸ ਕਰਦੀ ਹੈ, ਇੰਪੀਚ ਕਰਦੀ ਹੈ, ਹਾਊਸ ਆਫ ਰੈਪਸ ਦੇ ਵਿੱਚ ਰੈਜ਼ੋਲੂਸ਼ਨ ਲੈ ਕੇ ਆਉਂਦੀ ਹੈ, ਤਾਂ ਉਹਨਾਂ ਨੂੰ ਕੋਈ ਨਾ ਕੋਈ ਰੀਜ਼ਨ ਦੇਣਾ ਪੈਂਦਾ ਹੈ। ਇੱਕ ਤਾਂ ਰੀਜ਼ਨ ਹੁੰਦਾ ਟ੍ਰੀਜ਼ਨ ਜੀ, ਕਿ ਤੁਸੀਂ ਦੇਸ਼ ਦੇ ਨਾਲ ਗਦਾਰੀ ਕਰ ਰਹੇ ਹੋ। ਹਾਂਜੀ। ਦੂਸਰਾ, ਜੇ ਡਿਮੈਂਸ਼ੀਆ ਜੇ ਹੋਵੇ ਪ੍ਰੈਜ਼ੀਡੈਂਟ ਨੂੰ, ਕਿਉਂਕਿ ਡਿਮੈਂਸ਼ੀਆ ਖਤਰਨਾਕ ਗੱਲ ਹੈ ਨਾ। ਹਾਂਜੀ। ਜੇ ਬੰਦਾ ਭੁੱਲ ਜਾਂਦਾ ਤੇ ਕੱਲ ਨੂੰ ਇਹ ਕਿਤੇ ਨਿਊਕਲੀਅਰ ਬਟਨ ਨਾ ਦਬ ਦੇਵੇ ਜੀ, ਕਿਉਂਕਿ ਦੁਨੀਆ ਨੂੰ ਤਬਾਹ ਕਰਨ ਦੀ ਤਾਕਤ ਪ੍ਰੈਜ਼ੀਡੈਂਟ ਦੇ ਕੋਲ ਹੈ। ਹਾਂਜੀ। ਸੋ ਇਸ ਕਰਕੇ ਉਹ ਇਹਨਾਂ ਨੂੰ ਰੈਜ਼ੋਲੂਸ਼ਨ ਪਾਸ ਕਰ ਸਕਦੇ ਆ ਕਿ ਇਹਨਾਂ ਨੂੰ ਖਤਰਾ ਲੱਗਦਾ ਹੁਣ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ ਤਾਂ ਦੋਏ ਸਦਨ ਹੋ ਸਕਦਾ ਚੱਲ ਜਾਣ ਰਿਪਬਲਿਕਨ ਪਾਰਟੀ ਦੇ ਹੱਥ 'ਚ ਜੀ। ਤੇ ਜੇ ਦੋਏ ਚੱਲ ਗਏ, ਪਹਿਲਾਂ ਹੀ ਇਹ ਲਾਇਰ ਆਪਣੇ ਹਾਇਰ ਕਰੀ ਫਿਰਦੇ ਆ। ਇਹਨਾਂ ਨੇ ਹਾਈ ਪ੍ਰੋਫਾਈਲ ਲਾਇਰ ਨੂੰ ਹਾਇਰ ਕੀਤਾ ਤੇ ਇਸ ਕਰਕੇ ਵੀ ਕੀਤਾ ਕਿ ਇਹ ਕਮ ਸੇ ਕਮ ਉਹਨਾਂ ਨੂੰ ਰੋਕ ਤਾਂ ਸਕਣ। ਹਾਂਜੀ। ਕਿਉਂਕਿ ਉਹਨਾਂ ਨੇ ਆਬਵੀਅਸਲੀ ਇਹਨਾਂ ਕਰਨੇ ਜ਼ਰੂਰੀ ਕਰਨੇ ਉਹਨਾਂ ਨੇ ਜੀ। ਕੋਈ ਨਾ ਕੋਈ ਕੇਸ ਲੈ ਕੇ ਆਉਣਗੇ ਪ੍ਰੈਜ਼ੀਡੈਂਟ ਦੇ ਖਿਲਾਫ। ਹੁਣ ਵਾਈਟ ਹਾਊਸ ਵਾਲਿਆਂ ਦੇ ਜਿਹੜੇ ਆਲੋਚਕ ਆ ਉਹ ਕਹਿੰਦੇ ਕਿ
ਜਿਹੜੀ ਤਾਂ ਉਹ ਗੱਲ ਲਿਖ ਕੇ ਦਿੰਦੇ ਨੇ ਇਹਨਾਂ ਦੇ ਐਡਵਾਈਜ਼ਰ, ਹਾਂਜੀ, PR ਵਾਲੇ, ਇਹਨਾਂ ਦੇ ਜਿੰਨੇ ਵੀ ਵਾਈਟ ਹਾਊਸ ਦੇ ਵਿੱਚ ਬੈਠੇ ਆ, ਇਹਨਾਂ ਦੇ ਪ੍ਰੈਸ ਸੈਕਟਰੀ ਬੈਠੇ ਆ, ਜਿਹੜੀ ਗੱਲ ਇਹ ਪੜ੍ਹਦੇ ਆ ਉਹਨਾਂ ਚਿਰ ਤਾਂ ਉਹ ਗੱਲ ਠੀਕ ਹੁੰਦੀ ਹੈ। ਜਦੋਂ ਵੀ ਇੱਕ ਵੀ ਸਟੇਟਮੈਂਟ ਜਦੋਂ ਕੋਲੋਂ ਦੇ ਦਿੰਦੇ ਆ ਉਸ ਵੇਲੇ ਕੋਈ ਕਮਲੀ ਗੱਲ ਛੱਡ ਦਿੰਦੇ ਆ ਜੀ। ਜਿਹੜਾ ਤਾਇਵਾਨ ਵਾਲੀ ਖਬਰ ਹੈ, ਇਹ ਤਾਇਵਾਨ ਨੂੰ ਕਹਿੰਦੇ ਮਿਲਟਰੀ ਮਦਦ ਦੇਵਾਂਗੇ, ਉਸੇ ਵੇਲੇ ਵਾਈਟ ਹਾਊਸ ਵਾਲੇ ਜਦੋਂ ਇਹਨਾਂ ਨੇ ਹਲੇ ਕਿਹਾ ਹੀ ਸੀ, ਹਾਂਜੀ, ਉਸੇ ਵੇਲੇ ਉਹ ਵਿਚਾਰੇ ਲੱਗ ਪਏ ਕਿ ਨਹੀਂ ਪ੍ਰੈਜ਼ੀਡੈਂਟ ਦਾ ਮਤਲਬ ਇਹ ਨਹੀਂ ਸੀ। ਉਹਨਾਂ ਨੂੰ ਤਾਂ ਐਕਸਪਲੇਨੇਸ਼ਨ ਦੇਣੀ ਪੈਂਦੀ ਆ, ਉਹਨਾਂ ਨੂੰ ਤਾਂ ਦੇਣੀ ਪੈਂਦੀ ਨਾ ਐਕਸਪਲੇਨੇਸ਼ਨ। ਜਿਹੜੇ ਹੁਣ ਬਿਊਰੋਕਰੈਟਸ ਆ, ਜਿਹੜੇ ਫੋਰਨ ਸਰਵਿਸ ਆਫੀਸਰ ਆ, ਉਹਨਾਂ ਨੂੰ ਤਾਂ ਜਵਾਬ ਵੀ ਦੇਣਾ ਪੈਂਦਾ ਨਾ ਬਾਹਰ। ਹਾਂਜੀ, ਪ੍ਰੈਜ਼ੀਡੈਂਟ ਤਾਂ ਜੋ ਕਹਿ ਕੇ ਮਰਜ਼ੀ ਤੁਰ ਪੈਂਦੇ ਨੇ। ਹਾਂਜੀ, ਪਿਊਟਨ ਦੇ ਖਿਲਾਫ ਬੋਲ ਲਿਆ, ਇਹਨਾਂ ਨੇ ਬਹੁਤ ਸਟੇਟਮੈਂਟਸ ਆ। ਪਿੱਛੇ ਜਾ CNN ਵਾਲਿਆਂ ਨੇ ਪੂਰਾ ਪ੍ਰੋਗਰਾਮ ਹੀ ਕੀਤਾ ਘੰਟੇ ਦਾ, ਹਾਂਜੀ, ਕਿ ਬਾਈਡਨ ਹੋਣਾ ਨੇ ਕੀ ਗੱਲਾਂ ਕੀਤੀਆਂ ਜੀ। ਤੇ ਜਿਹੜੇ ਆਲੋਚਕਾਂ ਨੇ ਇਹ ਕਿਹਾ ਕਿ ਇਹਨੂੰ ਡਿਮੈਂਸ਼ੀਆ ਹੋ ਗਿਆ, ਤੇ ਉਹ ਲੋਕੀ ਹੁਣ ਯਕੀਨ ਕਰਨ ਲੱਗ ਪਏ ਕਿ ਵਾਕਿਆ ਹੀ ਇਹਨਾਂ ਨੂੰ ਡਿਮੈਂਸ਼ੀਆ ਹੋਇਆ ਹੈ। ਹਾਂਜੀ, ਇਹਨਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਮੈਂ ਕਹਿਣਾ ਕੀ ਆ। ਜਿਹੜਾ ਉਹ CNN ਨੇ ਪ੍ਰੋਗਰਾਮ ਕੀਤਾ ਸੀਗਾ ਉਹਦੇ ਵਿੱਚ ਕਾਫੀ ਜ਼ਿਆਦਾ ਇਹੋ ਜਿਹੀ ਇਹਨਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਸੀਗੀਆਂ, ਜਿਹਦੇ ਤੋਂ ਬਾਅਦ ਫਿਰ ਆਲੋਚਕਾਂ ਨੇ ਤੇ ਬਾਕੀ ਲੋਕਾਂ ਨੂੰ ਵੀ ਯਕੀਨ ਹੋਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਤਾਂ ਇਹ ਲਿਖਤੀ ਪੜ੍ਹਦੇ ਆ ਸਾਰੀ, ਤੇ ਉਹਨਾਂ ਚਿਰ ਤਾਂ ਹੁੰਦੀ ਹੈ ਸਪੀਚ ਠੀਕ। ਹਾਂਜੀ, ਜਿਹੜਾ ਵੀ ਸੈਂਟੈਂਸ, ਜਿਹੜਾ ਅੱਖਰ ਇਹ ਆਪਣੇ ਆਪ ਕਹਿੰਦੇ ਆ, ਉਹ ਤੇ ਪੰਗਾ ਪੈ ਜਾਂਦਾ ਜੀ। ਉਸੇ ਵੇਲੇ ਪ੍ਰੈਸ ਸੈਕਟਰੀਜ਼ ਆਉਂਦੇ ਆ, ਐਡਵਾਈਜ਼ਰਸ ਆਉਂਦੇ ਆ, ਜਿਹੜੇ ਫਿਰ ਮੁੜ ਕੇ ਕਹਿੰਦੇ ਪ੍ਰੈਸ ਨੂੰ ਨਹੀਂ ਉਹਨਾਂ ਦਾ ਇਹ ਮਤਲਬ ਨਹੀਂ ਸੀ। ਹੁਣ ਕਿੰਨੀ ਵਾਰੀ ਕਹੀ ਜਾਓਗੇ, ਕਿੰਨੀ ਵਾਰੀ ਤੁਸੀਂ ਕਹੀ ਜਾਓਗੇ ਕਿ ਉਹਨਾਂ ਦਾ ਇਹ ਮਤਲਬ ਨਹੀਂ ਸੀ, ਉਹਨਾਂ ਦਾ ਇਹ ਮਤਲਬ ਨਹੀਂ ਸੀ। ਫਿਰ ਲੋਕੀ ਸੋਚਣ ਲੱਗ ਪੈਂਦੇ ਇਹ ਸੱਚੀ ਪਾਗਲ ਹੈ, ਇਹਨੂੰ ਕੋਈ ਗੱਲ ਪਤਾ ਹੀ ਨਹੀਂ ਆਪਣੇ ਆਪ ਜੀ। ਵੈਸੇ ਵੀ ਵਾਈਟ ਹਾਊਸ ਖਤਰਨਾਕ ਗੱਲ ਹੈ ਵੈਸੇ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਜੇ ਤੁਹਾਨੂੰ ਯਾਦ ਹੋਵੇ ਤਾਂ ਵਾਈਟ ਹਾਊਸ ਵਾਲਿਆਂ ਨੇ ਜਦੋਂ ਇਹਨਾਂ ਨੇ ਜੈਨੋਸਾਈਡ ਵਰਡ ਯੂਜ਼ ਕੀਤਾ ਸੀ ਯੂਕਰੇਨ ਤੇ ਰਸ਼ੀਆ ਵਾਲੇ ਯੁੱਧ ਦੇ ਲਈ, ਤੇ ਉਸ ਤੋਂ ਬਾਅਦ ਵਾਈਟ ਹਾਊਸ ਵਾਲਿਆਂ ਨੇ ਸਟੇਟਮੈਂਟ ਵੀ ਦਿੱਤੀ ਸੀ। ਕਈ ਵਾਰੀ ਨਾ ਉਹਨਾਂ ਨੂੰ ਮਿਸਟਰ ਬਾਈਡਨ ਨੂੰ ਡਿਫੈਂਡ ਕਰਨਾ ਮੁਸ਼ਕਲ ਹੋ ਜਾਂਦਾ, ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁੰਦੀ ਵੀ ਇਹਨਾਂ ਨੇ ਇਹ ਗੱਲ ਕਹਿਤੀ ਤੇ ਹੁਣ ਇਹਦੀ ਸਫਾਈ ਕਿਸ ਤਰ੍ਹਾਂ ਦੇਣ। ਉਹਦੇ ਵਿੱਚ ਵੀ ਜਿਹੜੇ ਸਪੀਚ ਰਾਈਟਰ ਆ ਉਹ ਕਹਿੰਦੇ ਕਿ ਅਸੀਂ ਤਾਂ ਲਿਖਿਆ ਹੀ ਨਹੀਂ। ਹਾਂਜੀ, ਕਹਿੰਦੇ ਆਪਣੇ ਆਪ ਹੀ ਬੋਲ ਗਿਆ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਜੇਕਰ ਰਸ਼ੀਆ ਗੈਸ ਨੂੰ ਕੱਟਦਾ ਤਾਂ ਜਿਹੜਾ ਜਰਮਨੀ ਆ ਉਹਨਾਂ ਨੇ ਕਿਹਾ ਕਿ ਉਹ ਫਿਰ ਕੋਲਾ ਪਾਵਰ ਪਲਾਂਟ ਜਿਹੜਾ ਵਾਪਸ ਲਿਆਉਣਗੇ। ਦੇਖੋ, ਇਹ ਦੁਨੀਆ ਭਰ ਨੂੰ ਲੈਕਚਰ ਕਰਦੇ ਆ, ਹਰੇਕ ਸਾਲ ਹੀ ਇਹਨਾਂ ਦੀ এনवायरमेंट ਤੇ ਕੋਈ ਨਾ ਕੋਈ ਗੱਲਬਾਤ ਹੁੰਦੀ ਹੈ। ਹਾਂਜੀ, ਉਹਦੇ ਵਿੱਚ ਕੋਲਾ ਪ੍ਰੋਡਕਸ਼ਨ ਤੇ ਕੋਲਾ ਵਰਤੋਂ ਤੇ ਪਾਬੰਦੀ ਲਾਉਣ ਲਈ ਚੀਨ ਦੀ ਤੇ ਖਾਸ ਤੌਰ ਤੇ ਇੰਡੀਆ ਦੀ ਇਹ ਆਲੋਚਨਾ ਕਰਦੇ ਹਰੇਕ ਸਾਲ। ਹਾਂਜੀ, ਕਿਉਂਕਿ ਚੀਨ ਦੇ ਵਿੱਚ ਤਾਂ ਇੰਡੀਆ 'ਚ ਅਜੇ ਵੀ ਕੋਲਾ ਸਭ ਤੋਂ ਵੱਧ ਵਰਤਦੇ ਆ। ਹਾਂਜੀ, ਚੀਨ ਦੇ ਡੈਲੀਗੇਸ਼ਨ ਨੇ ਬੜਾ ਵਧੀਆ ਇੱਕ ਲੈਕਚਰ ਦਿੱਤਾ ਸੀ ਦੇਵੋਸ ਦੇ ਵਿੱਚ। ਉਹ ਕਹਿੰਦਾ ਕਿ 200 ਸਾਲ ਤੁਸੀਂ ਵਾਤਾਵਰਣ ਤਬਾਹ ਕਰਕੇ ਤਾਂ ਸਾਨੂੰ ਲੈਕਚਰ ਕਰਨ ਆਏ ਆ। ਕਿ ਉਹੀ ਗੱਲ ਉਹਨੇ ਫਿਰ ਕਹਾਵਤ ਵੀ ਸੁਣਾਈ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਹਾਂਜੀ, ਤੇ ਬਿੱਲੀ ਹੱਜ ਨੂੰ ਚੱਲੀ, ਹੁਣ ਫੇਰ ਮੁੜਨ ਲੱਗੀ ਹੈ ਵੈਸੇ ਜੀ। ਜਰਮਨੀ ਵਾਲਿਆਂ ਨੇ ਹੁਣ ਕਹਿਤਾ ਕਿ ਜੇ ਗੈਸ ਦਾ ਕਰਕੇ ਸਾਡੇ ਕੁਝ ਪਲਾਂਟ ਬੰਦ ਹੋਣਗੇ ਫਿਰ ਅਸੀਂ ਕੋਲਾ ਵਰਤਵਾਂਗੇ। ਹਾਂਜੀ, ਪਰ ਅਸੀਂ ਕੁਝ ਵੀ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ। ਹਾਂਜੀ, ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਗਲਤ ਹੋ। ਤੁਸੀਂ ਮਤਲਬ এনवायरमेंट ਨੂੰ, ਵਾਤਾਵਰਣ ਨੂੰ ਖਰਾਬ ਕਰਦੇ ਆ। ਸਾਡਾ ਜਿਹੜਾ ਕੋਲਾ ਬਰਨ ਕਰਨਾ ਇਹਨੇ ਆਕਸੀਜਨ ਛੱਡਣੀ ਹੈ ਜੀ। ਆਪਣਾ ਪੀੜੇ ਦੇ ਥੱਲੇ ਪਹਿਲਾਂ ਸੋਟਾ ਫੇਰ ਕੇ ਦੇਖਣ। ਚੀਨ ਵਾਲੇ ਤਾਂ ਇੰਡੀਆ ਵਾਲੇ ਇਸ ਕਰਕੇ ਕੋਲਾ ਬਰਨ ਕਰਦੇ ਆ ਕਿ ਤੁਸੀਂ ਵੀ ਕਰਦੇ ਰਹੇ ਆ। ਉਹਨਾਂ ਦੇ ਪਲਾਂਟਸ ਅਜੇ ਉਸ ਲੈਵਲ ਤੇ ਨਹੀਂ ਆਏ ਜਿੱਥੇ ਉਹ ਕੋਲਾ ਬਰਨ ਕਰਨੋਂ ਹਟ ਜਾਣ। ਹਾਂਜੀ, ਪੰਜਾਬ ਦੇ ਵਿੱਚ ਤਾਂ ਵੈਸੇ ਲਾਏ ਵੀ, ਜਿੰਨੇ ਪਲਾਂਟਸ ਲਾਏ ਆ ਉਹਨਾਂ ਨੇ ਥਰਮਲ ਪਲਾਂਟ ਲਾਏ ਆ, ਸਾਰੇ ਕੋਲੇ ਦੇ ਆ। ਹਾਂਜੀ, ਇਹ ਪਤਾ ਨਹੀਂ ਕਿਹਨੇ ਅਕਲ ਉਹਨਾਂ ਨੂੰ ਦਿੱਤੀ ਕਿ ਤੁਸੀਂ ਕੋਲੇ ਦੇ। ਲੋਕੀ ਆਲੇ ਦੁਆਲੇ ਦੁਨੀਆ ਦੇ ਵਿੱਚ ਇਹ ਕਹਿ ਰਹੇ ਸੀ ਕੋਲਾ ਬੰਦ ਕੀਤਾ ਜਾਣਾ ਚਾਹੀਦਾ, ਪਰ ਬਾਦਲ ਸਰਕਾਰ ਇਹ ਕਰ ਰਹੀ ਸੀ ਵੀ ਕੋਲੇ ਦੇ ਹੋਰ ਵੀ ਲੈ ਕੇ ਆਓ। ਹਾਂਜੀ, ਪੰਜਾਬ ਦਾ ਵਾਤਾਵਰਣ ਪਹਿਲਾਂ ਬਹੁਤ ਸਾਫ਼ ਹੈ ਨਾ ਜੀ, ਇਸ ਕਰਕੇ ਕਰ ਰਹੇ ਜੀ। ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਵੈਸੇ ਵੀ ਆਹ ਜਿਹੜੀ ਹੁਣ ਖਬਰ ਹੈ ਕਿ ਇਹਦੇ ਤੋਂ ਬਾਅਦ ਵੀ ਇਹ ਤਾਂ ਗੱਲ ਸਾਹਮਣੇ ਆਉਂਦੀ ਆ ਵੀ ਜਦੋਂ ਕੋਈ ਵੀ ਬੰਦਾ ਹੈਗਾ, ਜੇ ਕੋਈ ਆਪ ਉਹ ਕੰਮ ਕਰਦਾ ਤਾਂ ਉਹਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਗੜਬੜ ਨਹੀਂ ਅਸੀਂ ਕਰ ਸਕਦੇ ਆ,
ਪਰ ਜੇ ਦੂਸਰਾ ਬੰਦਾ ਉਹ ਕਰਦਾ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਕਰ ਨਹੀਂ ਸਕਦੇ ਕਿਉਂਕਿ ਇਹ ਗਲਤ ਆ, ਫਿਰ ਉਹਨਾਂ ਕੋਲੇ ਉਹਨਾਂ ਦੀ ਨੈਤਿਕਤਾ ਦੇ ਕਿੰਨੀ ਸਾਰੀ ਮੋਰੈਲਿਟੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਜਾਗ ਜਾਂਦੀ ਆ। ਆਪਣੇ ਘਰ ਲੱਗੀ ਅੱਗ ਦੂਸਰੇ ਦੇ ਬਸੰਤ। ਜੀ ਬਿਲਕੁਲ ਡਾਕਟਰ ਸਾਹਿਬ ਸਹੀ ਕਿਹਾ ਤੁਸੀਂ। ਡਾਕਟਰ ਸਾਹਿਬ ਹੁਣ ਰੁੱਖ ਕਰਦੇ ਆ ਜੀ ਅਗਲੀ ਖਬਰ ਵੱਲ। ਇਹ ਨਾ ਕਾਫੀ ਜ਼ਿਆਦਾ ਉਦਾਂ ਤਾਂ ਇੰਟਰਸਟਿੰਗ ਖਬਰ ਹੈਗੀ ਆ, ਤਲਾਕ ਬਾਰੇ ਆ। ਜਿਵੇਂ ਦੇਖੋ ਡਾਕਟਰ ਸਾਹਿਬ ਹੱਸਣ ਵਾਲੀ ਗੱਲ ਨਹੀਂ, ਜਦੋਂ ਕਿਸੇ ਦਾ ਤਲਾਕ ਹੁੰਦਾ ਨਾ ਦੋ ਲੋਕ ਬਹੁਤ ਅਲੱਗ-ਅਲੱਗ ਹੋ ਜਾਂਦੇ ਆ। ਚਲੋ ਖੈਰ, ਵੈਸੇ ਤਲਾਕ ਹੁਣ ਹੋ ਵੀ ਬਹੁਤ ਜ਼ਿਆਦਾ ਰਹੇ। ਹਾਂਜੀ ਬਿਲਕੁਲ, ਪਰ ਕਈ ਕੇਸਿਸ ਦੇ ਵਿੱਚ ਡਾਕਟਰ ਸਾਹਿਬ ਇਹ ਹੁੰਦਾ ਕਿ ਜੇ ਤਲਾਕ ਨਾ ਹੋਵੇ ਤਾਂ ਫਿਰ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਦਿੰਦੇ ਆ। ਉਦੋਂ ਫਿਰ ਬੰਦੇ ਸੋਚਦੇ ਆ, ਲੋਕੀ ਸੋਚਦੇ ਆ ਵੀ ਇਹਦੇ ਨਾਲ ਤਾਂ ਇਹ ਅਲੱਗ-ਅਲੱਗ ਹੀ ਹੋ ਜਾਣ। ਕਹਿੰਦੇ ਹੁੰਦੇ ਨੌਂਦਰਾ ਮਾਰਨਾ ਤਾਂ ਚੰਗਾ ਹੀ ਆ। ਜੀ ਡਾਕਟਰ ਸਾਹਿਬ ਹੁਣ ਦੇਖੋ ਵੀ ਤਲਾਕ ਜਿਹੜਾ ਹੈਗਾ ਇੱਕ ਤਾਂ ਹੁੰਦਾ ਵੀ ਕਿਸੇ ਸੀਰੀਅਸ ਇਸ਼ੂ ਨੂੰ ਲੈ ਕੇ ਹੁੰਦਾ ਹੈ ਨਾ, ਵੀ ਕਿਸੇ ਦੀ ਬਣਦੀ ਨਹੀਂ ਹੈਗੀ। ਕਈ ਵਾਰੀ ਕੀ ਹੁੰਦਾ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਲੈ ਕੇ ਤਲਾਕ ਹੋਣ ਲੱਗ ਜਾਂਦੇ ਆ। ਛੋਟੀ ਗੱਲ ਆ, ਇੱਕ ਅਜੇ ਵਿਆਹ ਨਹੀਂ ਹੋਇਆ, ਵਿਆਹ ਤੋਂ ਪਹਿਲਾਂ ਹੀ ਤਲਾਕ ਹੋ ਗਿਆ। ਇੱਥੇ ਇੱਕ ਅਮਰੀਕਾ ਦੀ ਗੱਲ ਹੈ ਕਿ ਲੜਕੀ ਨੇ ਉਹਨੇ ਜਿਹਨਾਂ ਵਿਆਹ ਕਰਾਉਣਾ ਸੀ ਉਹ ਕਿਤੇ ਇੱਕਦਮ ਤੁਰਿਆ ਆਉਂਦਾ, ਥੋੜਾ ਜਿਹਾ ਉਹਦੀ ਠੋਡੀ ਲੱਗ ਗਈ ਹੋਣੀ, ਕਿਤੇ ਨਾ ਡਿੱਗਣ ਲੱਗਾ ਬੰਦਾ, ਤੇ ਉਹਦਾ ਜਿਹੜਾ ਵਿਗ ਲਿਆ ਸੀ ਨਾ ਸਿਰ ਤੇ, ਤਾਂ ਉਹ ਲੈ ਗਿਆ ਇੱਕਦਮ ਥੱਲੇ ਡਿੱਗਦੇ ਦਾ। ਤੇ ਉਹਨੇ ਦੇਖਿਆ ਵੀ ਬੰਦਾ ਤਾਂ ਗੰਜਾ ਆ। ਪਹਿਲਾਂ ਉਹਨੂੰ ਪਤਾ ਨਹੀਂ ਸੀ, ਪਤਾ ਹੀ ਨਹੀਂ ਸੀ। ਪਹਿਲਾਂ ਵਾਲ ਸੋਹਣੇ ਰੱਖੇ ਹੋਣੇ ਨਾ, ਵਿਗ ਸੋਹਣਾ ਰੱਖਿਆ, ਉਹ ਤਾਂ ਬੜਾ ਟੌਰਾਂ ਦੇ ਨਾਲ ਆਉਂਦਾ ਹੋਣਾ ਨਾ, ਵਿਗ ਵੀ ਉਹਨੇ ਬੜਾ ਸਟਾਈਲ ਵਾਲੀ ਫਿਰ ਬਣਾਇਆ ਹੋਣਾ ਕਿਉਂਕਿ ਉਹਦਾ ਵਿਆਹ ਨਾਰਮਲੀ ਪਤਾ ਲੱਗ ਜਾਂਦਾ ਜੇ ਸਸਤਾ ਜਿਹਾ ਵਿਗ ਲਿਆ ਹੈ। ਕਈਆਂ ਨੇ ਲਿਆ ਹੁੰਦਾ, ਕਈਆਂ ਨੇ ਧੋਣਾ ਨਹੀਂ ਹੁੰਦਾ ਵਿਗ, ਵੈਸੇ ਵਿਗ ਵੀ ਧੋਣਾ ਪੈਂਦਾ। ਕਈਆਂ ਦੇ ਸਿਰ ਚੋਂ ਮੁਸ਼ਕ ਆਉਂਦਾ ਹੁੰਦਾ, ਉਹਨਾਂ ਨੇ ਇਹਦਾ ਮਤਲਬ ਵਿਗ ਨਹੀਂ ਧੋਤਾ ਹਾਲੇ। ਤੇ ਇਹਨੇ ਵਿਗ ਵੀ ਸੋਹਣਾ ਕਿਤੇ ਲਿਆ ਹੋਣਾ ਜਿਹੜਾ ਪਤਾ ਨਹੀਂ ਲੱਗਾ। ਤੇ ਉਹ ਥੱਲੇ ਦੇਖਿਆ, ਉਹਨੇ ਕਿਹਾ ਵੀ ਬੰਦਾ ਗੰਜਾ ਆ। ਉਹਦੇ ਤਾਂ ਹੋਸ਼ ਉੜ ਗਏ ਹੋਣੇ ਆ। ਉਹ ਕਹਿੰਦੀ ਨਹੀਂ, ਉਹ ਹੋਸ਼ ਤੇ ਉੜ ਗਏ, ਨਾਲ ਉਹਨੇ ਡਿਸੀਜਨ ਵੀ, ਫੈਸਲਾ ਵੀ ਲੈ ਲਿਆ। ਕਹਿੰਦੀ ਇਹ ਗੰਜੇ ਨਾਲ ਮੈਂ ਵਿਆਹ ਨਹੀਂ ਕਰਾਉਣਾ। ਮਤਲਬ ਵਿਆਹ ਹੋਣ ਤੋਂ ਪਹਿਲਾਂ ਹੀ ਤਲਾਕ ਹੋ ਗਿਆ। ਨਾਰਮਲੀ ਤਾਂ ਵਿਆਹ ਹੋ ਕੇ ਤਲਾਕ ਹੁੰਦੇ ਨਾ। ਹੁਣ ਕਈਆਂ ਬੰਦਿਆਂ ਨੂੰ ਆਮ ਸ਼ੌਕ ਹੈ ਨਾ ਵਾਲ ਸੋਹਣੇ ਰੱਖਣੇ। ਇਹਦਾ ਮਤਲਬ ਕਈ ਵੈਨਿਟੀ ਦੇ ਵਿੱਚ ਇੰਨਾ ਰੁੱਝ ਗਏ ਆ ਕਿ ਉਹਨਾਂ ਨੂੰ ਇਹ ਵਾਲ ਹੋਣ ਚਾਹੇ ਨਾ ਹੋਣ, ਇਹ ਕੋਈ ਇਸ਼ੂ ਵੱਡੀ ਤਾਂ ਹੈ ਨਹੀਂ, ਪਰ ਉਸ ਵੇਲੇ ਜਿਹੜੇ ਕੋਈ 20-21 ਸਾਲਾਂ ਦਾ, ਉਹਨਾਂ ਨੂੰ ਇਹੀ ਗੱਲਾਂ ਜ਼ਿਆਦਾ ਇੰਪੋਰਟੈਂਟ ਲੱਗਦੀਆਂ ਨੇ। ਉਹਨਾਂ ਨੂੰ ਇਹ ਲੱਗਦਾ ਕਿ ਵਾਲ ਹੋਣੇ ਚਾਹੀਦੇ ਆ, ਸੋਹਣਾ ਹੋਣਾ ਚਾਹੀਦਾ, ਕੱਪੜੇ ਸੋਹਣੇ ਪਾਏ ਹੋਣੇ ਚਾਹੀਦੇ ਆ। ਤੇ ਥੋੜੇ ਜਿਹਾ 25-30 ਸਾਲਾਂ ਦੇ ਹੋਣਗੇ ਤਾਂ ਫਿਰ ਪਤਾ ਲੱਗਦਾ ਕਿ ਇਹ ਤੋਂ ਕੰਮ ਵੀ ਹੋਣਾ ਚਾਹੀਦਾ, ਅਕਲ ਵੀ ਹੋਣੀ ਚਾਹੀਦੀ ਹੈ। ਇਹ ਸੈਕੰਡਰੀ ਗੱਲਾਂ ਹੁੰਦੀਆਂ। ਹੁਣ ਕਈ ਡਿਵੋਰਸ ਲਾਇਰਸ ਨੇ ਇੱਕ ਵੈਬਸਾਈਟ ਬਣਾਈ ਆ, ਉਹ ਬਣਾਈ ਹੈ ਕਿ ਕਿਹੋ ਜਿਹੇ ਬਹਾਨੇ ਬਣਾ ਕੇ ਲੋਕੀ ਡਿਵੋਰਸ ਕਰਦੇ ਆ। ਅਮਰੀਕਾ ਦੇ ਵਿੱਚ ਇੱਕ ਤਾਂ ਤੇ ਡਿਵੋਰਸ ਹੋਇਆ ਉਹਦਾ ਕਿ ਉਹ ਕੁੜੀ ਕਹਿੰਦੀ ਆ ਕਿ ਇਹ ਟਰੰਪ ਨੂੰ ਵੋਟ ਪਾਉਂਦਾ ਹਮੇਸ਼ਾ। ਮੈਂ ਨਹੀਂ ਕਹਿੰਦੀ ਇਹਨਾਂ ਨਾਲ ਰਹਿਣਾ। ਦੇਖੋ ਇਹ ਪੋਲੀਟੀਕਲ ਓਪੀਨੀਅਨ ਹੈ, ਸਿਆਸੀ, ਉਹ ਹੋਰ ਤਰ੍ਹਾਂ ਸੋਚਦਾ, ਤੁਸੀਂ ਹੋਰ ਤਰ੍ਹਾਂ ਸੋਚਦੇ। ਤੇ ਇਸੇ ਕਰਕੇ ਉਹਨਾਂ ਦਾ ਡਿਵੋਰਸ ਹੋ ਗਿਆ। ਦੇਖੋ ਵਿਚਾਰਕ ਮਤਭੇਦ ਕਿੰਨੇ। ਤੇ ਇੱਕ ਲੜਕੀ ਨੇ ਡਿਵੋਰਸ ਕੀਤਾ, ਕਹਿੰਦੀ ਇਹ ਸਿੰਕ ਦੇ ਵਿੱਚ ਭਾਂਡੇ ਰੱਖ ਦਿੰਦਾ ਤੇ ਧੋਂਦਾ ਹੈ ਨਹੀਂ। ਹੁਣ ਉਹਨੂੰ ਹੌਲੀ ਹੌਲੀ ਸਿਖਾੜ ਲਾਓ ਜਾਂ ਕੋਈ ਤਰੀਕਾ ਲੱਭ ਨਾ ਇਹਨੂੰ ਧੋ ਲਿਆ ਕਰੇ। ਪਰ ਉਹਨੇ ਇਹ ਸੋਚਿਆ ਕਿ ਨਹੀਂ, ਡਿਵੋਰਸ ਕਰ ਲੈਣਾ ਠੀਕ ਹੈ। ਵੈਸੇ ਨਾ ਸਿੰਕ 'ਚ ਭਾਂਡੇ ਰੱਖਣ ਪਿੱਛੇ ਤਾਂ ਮੈਨੂੰ ਲੱਗਦਾ ਲੋਕਾਂ ਦੇ ਘਰ 'ਚ ਵੈਸੇ ਆਮ ਤੌਰ ਤੇ ਲੜਾਈਆਂ ਛੋਟੀਆਂ ਮੋਟੀਆਂ ਤਾਂ ਹੁੰਦੀਆਂ ਰਹਿੰਦੀਆਂ। ਫਿਰ ਕਹਿ ਦਿੰਦੇ ਆ ਵੀ ਜੇ 2 ਭਾਂਡੇ ਤਾਂ ਖੜਕਦੀ ਰਹਿਣਗੇ, ਵੀ ਜੇ ਜ਼ਿਆਦਾ ਖੜਕਣਗੇ ਫਿਰ ਟੁੱਟ ਵੀ ਸਕਦੇ ਆ। ਉਦਾਂ ਡਿਪੈਂਡ ਕਰਦਾ ਭਾਂਡੇ ਹੈਗੇ ਆ ਕਿਸ ਚੀਜ਼ ਦੇ ਬਣੇ ਹੋਏ ਨੇ। ਜਿਹੜੇ ਪੁਰਾਣੇ ਭਾਂਡੇ ਹੁੰਦੇ ਸੀ, ਇੱਕ ਸਾਡੇ ਮੈਨੂੰ ਯਾਦ ਹੈ ਬਜ਼ੁਰਗ ਆਉਂਦਾ ਹੁੰਦਾ ਸੀ ਪਿੰਡ ਦੇ ਵਿੱਚ, ਖੂਹ ਤੋਂ ਆਉਣਾ ਉਹਨੇ ਤੇ ਆਪਣੀ ਸਰਦਲ ਤੇ ਬੈਠ ਜਾਣਾ ਤੇ ਉੱਥੋਂ ਆਵਾਜ਼ ਮਾਰਨੀ, ਚਿੰਤੀਏ ਲੱਸੀ ਦਾ ਗਲਾਸ ਲਿਆ। ਤੇ ਉਹਦੀ ਵਾਈਫ ਨੇ ਲੱਸੀ ਦਾ ਗਲਾਸ ਪਾਣਾ, ਉਹ ਕਦੇ ਅੰਦਰ ਨਹੀਂ ਸੀ ਵੜਿਆ, ਉੱਥੋਂ ਹੀ ਮੁੜ ਜਾਂਦਾ ਲੱਸੀ ਪੀ ਕੇ, ਖੂਹ ਨੂੰ ਫੇਰ ਚਲ ਜਾਣਾ। ਤੇ ਇੱਕ ਦਿਨ ਆ ਕੇ ਰੌਲਾ ਪਾਵੇ, ਜ਼ੋਰ ਜ਼ੋਰ ਨਾ ਪਾਵੇ ਕਿ ਚਿੰਤੀਏ ਲੱਸੀ ਦਾ ਗਲਾਸ ਲਿਆ, ਚਿੰਤੀਏ ਲੱਸੀ ਦਾ ਗਲਾਸ ਲਿਆ। ਉਹ 6-7 ਵਾਰੀ ਉਹ ਜ਼ਿਆਦਾ ਉੱਚੀ ਬੋਲਣ ਲੱਗ ਪਿਆ। ਤੇ ਫੇਰ ਉਹਦੀ ਨੂੰਹ ਨੇ ਦਰਵਾਜ਼ਾ ਖੋਲਿਆ। ਉਹ ਕਹਿੰਦੀ ਭਾਈਆ ਤੈਨੂੰ ਪਤਾ ਨਹੀਂ ਵੀ ਚਿੰਤੀ ਤਾਂ ਮਰੀ ਪਈ ਆ ਰਾਤ ਦੀ,
ਕਹਿੰਦਾ ਮਰੀ ਤਾਂ ਪਈ ਆ ਪਰ ਚਾਟੀ ਨੂੰ ਜੱਫੀ ਪਾ ਕੇ ਨਹੀਂ ਪਈ ਨਾ। ਜੀ ਮਤਲਬ ਉਹਨੂੰ ਕਹਿੰਦਾ ਮੈਂ ਤਾਂ ਲੱਸੀ ਮੰਗੀ ਆ ਨਾ। ਹਾਂਜੀ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਕੋਈ ਫਰਕ ਨਹੀਂ ਇਸ ਗੱਲ ਦਾ ਪਿਆ। ਇਦਾਂ ਦੇ ਬੰਦੇ ਦਾ ਡਿਵੋਰਸ ਕਿੱਦਾਂ ਹੋ ਜਾਊ? ਜੀ ਬਿਲਕੁਲ ਡਾਕਟਰ ਆਪ ਤਾਂ ਖੂਹ ਤੇ ਰਹਿਣਾ, ਉਹਨੇ ਘਰ ਰਹਿਣਾ। ਹਾਂਜੀ। ਔਰ ਇੱਕ ਦੂਜੇ ਦੇ ਨਾਲ ਇੰਨਾ ਹੀ ਨਾਤਾ ਸੀ ਵੀ ਲੱਸੀ ਦੇ ਦੇਵੇ ਮੈਨੂੰ। ਜੀ ਹੁਣ ਇਹਨਾਂ ਦਾ ਡਿਵੋਰਸ ਹੋ ਸਕਦਾ ਜੀ, ਪਰ ਉਹ ਸਮਾਜ ਉਸ ਵੇਲੇ ਇਦਾਂ ਦਾ ਹੁੰਦਾ ਸੀ ਵੀ ਡਿਵੋਰਸ ਜਿਹੜਾ ਬਹੁਤ ਵੱਡਾ ਸ਼ਬਦ ਸੀ ਕਿ ਤਲਾਕ ਹੋ ਜਾਣਾ ਕਿਸੇ ਦਾ। ਜੀ ਜੀ, ਮਰਨ ਮਰਾਉਣ ਤਾਂ ਹੀ ਜਾਂਦੇ ਹੁੰਦੇ ਸੀ। ਵੈਸੇ ਹੁਣ ਤਾਂ ਡਾਕਟਰ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ, ਛੋਟੇ ਛੋਟੇ ਕਾਰਨ ਬਣ ਜਾਂਦੇ ਆ। ਇੱਕ ਖਬਰ ਆਈ ਸੀ ਵੀ ਪੈਟ ਰੱਖਣ ਪਿੱਛੇ ਲੜਾਈ ਹੋ ਗਈ ਮੁੰਡੇ ਤੇ ਕੁੜੀ ਦੀ। ਹਜੇ ਉਹਨਾਂ ਦਾ ਵਿਆਹ ਹੋਇਆ ਹੀ ਸੀ, ਕੁੜੀ ਨੇ ਕਿਹਾ ਪੈਟ ਰੱਖਣਾ ਤੇ ਮੁੰਡੇ ਨੇ ਕਿਹਾ ਨਹੀਂ ਰੱਖਣਾ ਹੈਗਾ। ਵਿਆਹ ਨੂੰ ਥੋੜੇ ਦਿਨ ਹੋਏ ਸੀ ਤੇ ਉਹ ਕਹਿੰਦੇ ਵੀ ਠੀਕ ਹੈ, ਜੇ ਸਾਡਾ ਇਹਦੇ ਤੇ ਵੀ ਦੋਨਾਂ ਦੀ ਇੱਕ ਰਾਏ ਨਹੀਂ ਬਣਦੀ ਹੈਗੀ, ਉਹਨਾਂ ਨੇ ਡਿਵੋਰਸ ਫਾਈਲ ਕਰਤਾ। ਇੱਕ ਵੈਬਸਾਈਟ ਤੇ ਸੀ ਕਿ ਉਹ ਬੰਦਾ ਕਹਿੰਦਾ ਵੀ ਇਹ ਮੇਰੀ ਵਾਈਫ ਨੂੰ ਜਰਾਬਾਂ ਨਹੀਂ ਪਾਉਣੀਆਂ ਆਉਂਦੀਆਂ। ਹਾਂਜੀ, ਕਹਿੰਦਾ ਵੀ ਜਰਾਬਾਂ ਜਿਹੜੀਆਂ ਮੈਚ ਕਰਨੀਆਂ ਚਾਹੀਦੀਆਂ, ਇਹ ਹਮੇਸ਼ਾ ਹੀ ਗਲਤ ਕਲਰ ਦੀਆਂ ਪਾਉਂਦੀ ਹੈ। ਹਾਂਜੀ, ਇਸ ਕਰਕੇ ਮੈਂ ਡਿਵੋਰਸ ਕਰਨ ਲੱਗਾ। ਡਾਕਟਰ ਸਾਹਿਬ ਇੱਕ ਹੋਰ ਖਬਰ ਆਈ ਸੀ, ਉਹਦੇ ਵਿੱਚ ਕੀ ਸੀ ਕਿ ਸਵੇਰੇ ਵਿਆਹ ਹੋ ਗਿਆ ਗੁਰਦੁਆਰੇ ਦੇ ਵਿੱਚ, ਹੈ ਨਾ। ਉਸ ਤੋਂ ਬਾਅਦ ਫੋਟੋ ਸੈਸ਼ਨ ਲਈ ਜਾਂਦੇ ਹੁੰਦੇ ਆ, ਮੁੰਡਾ ਤੇ ਕੁੜੀ ਫੋਟੋ ਸੈਸ਼ਨ ਲਈ ਗਏ। ਉੱਥੇ ਨਾ ਜਾ ਕੇ ਉਹਨਾਂ ਦਾ ਮਤਭੇਦ ਹੋ ਗਿਆ ਇਸ ਗੱਲ ਤੇ ਪੋਜ਼ ਬਣਾਉਣ ਦੇ ਲਈ ਤੇ ਲੋਕੇਸ਼ਨ ਦੇ ਲਈ ਵੀ ਪੋਜ਼ ਏਦਾਂ ਬਣਾਉਣਾ ਜਾਂ ਉਦਾਂ ਬਣਾਉਣਾ। ਉਹ ਦੋਨੋਂ ਜਾਣੇ ਉੱਥੇ ਹੀ ਲੜ ਪਏ ਤੇ ਉਹ ਕਹਿੰਦੇ ਵੀ ਨਹੀਂ, ਉਹ ਕੁੜੀ ਕਹਿੰਦੀ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਹੈਗੀ ਬਿਕਾਜ਼ ਵੀ ਤੂੰ ਤਾਂ ਹੁਣੀ ਮੈਨੂੰ ਡੋਮੀਨੇਟ ਕਰਨ ਲੱਗਿਆ ਹੋਇਆ ਹੈ ਨਾ। ਦੱਸਣ ਲੱਗਾ। ਹਾਂਜੀ, ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਮੈਨੂੰ ਤੇਰੇ ਤੋਂ ਡਿਵੋਰਸ ਚਾਹੀਦਾ। ਹੁਣ ਦੇਖੋ ਸਵੇਰੇ ਵਿਆਹ ਹੋਇਆ ਸੀ, ਕੁਝ ਘੰਟਿਆਂ ਤੋਂ ਬਾਅਦ ਉਹਦੇ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਲਾਹ ਲਈ ਹੈ ਨਾ ਵਕੀਲਾਂ ਦੀ, ਉਹ ਕਹਿੰਦੇ ਕਿ ਦੇਖੋ ਤੁਹਾਡੀ ਜਿਹੜੀ ਮੈਰਿਜ ਆ ਵੀ ਹੁਣ ਤੁਹਾਨੂੰ ਜਿਹੜੀ ਐਨਲਮੈਂਟ ਤਾਂ ਹੋ ਸਕਦੀ ਆ, ਤੁਹਾਡਾ ਡਿਵੋਰਸ ਨਹੀਂ ਹੋ ਸਕਦਾ। ਇਸ ਗੱਲ ਦੇ ਉੱਪਰ ਉਹ ਫੇਰ ਲੜ ਪਏ ਕਿ ਕਿਉਂ ਨਹੀਂ ਡਿਵੋਰਸ ਹੋ ਸਕਦਾ ਕਿਉਂਕਿ ਅਸੀਂ ਤਾਂ ਮੈਰਿਡ ਆ। ਜੀ, ਅੱਜ ਦਾ ਵਿਚਾਰ ਸੁਣਾਓ ਜੀ। ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਔਰਤ ਦੇ ਰੋਣ ਦਾ ਕਾਰਨ ਨਹੀਂ ਬਣਨਾ ਚਾਹੀਦਾ ਕਿਉਂਕਿ ਰੱਬ ਉਸ ਦੇ ਅਥਰੂ ਗਿਣਦਾ। ਵਾਕਿਆ ਖਾਸ ਤੌਰ ਤੇ ਡਿਵੋਰਸ ਤੋਂ ਬਾਅਦ। ਜੀ ਬਿਲਕੁਲ, ਤੇ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡਾ ਫੋਨ ਨੰਬਰ ਹੈ 6045929191 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਡੇਲੀ ਨਿਊਜ਼ ਅਪਡੇਟ ਦੇ ਲਈ ਵੀ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ। ਤੇ ਜਿਹੜਾ ਸਾਡਾ YouTube ਚੈਨਲ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ ਤੇ ਉੱਥੇ ਅਸੀਂ ਆਪਣੇ ਸਾਰੇ ਹੀ ਪ੍ਰੋਗਰਾਮਸ ਪਾਉਨੇ ਆ। ਤੇ ਜੇਕਰ ਬਾਈ ਚਾਂਸ ਤੋਂ ਤੁਹਾਡੇ ਤੋਂ ਕੋਈ ਪ੍ਰੋਗਰਾਮ ਮਿਸ ਹੋ ਜਾਂਦਾ ਤਾਂ ਫਿਰ ਤੁਸੀਂ ਉੱਥੇ ਜਾ ਕੇ ਉਹ ਪ੍ਰੋਗਰਾਮ ਸੁਣ ਸਕਦੇ ਹੋ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।